ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੇਰਾ ਵਿਆਹ ਸੀ। ਆਪਣੇ ਵਿਆਹ ਨੂੰ ਲੈ ਕੇ ਹਰ ਕੁੜੀ ਦੇ ਕੁਝ ਸੁਪਨੇ ਹੁੰਦੇ ਹਨ। ਉਹ ਆਪਣੇ ਵਿਆਹ ਦੀਆਂ ਆਪਣੀਆਂ ਇੱਛਾਵਾਂ ਨੂੰ ਸੰਭਾਲਦੀ, ਪਰ ਮੇਰਾ ਵਿਆਹ ਆਮ ਵਿਆਹਾਂ ਨਾਲੋਂ ਥੋੜਾ ਵੱਖਰਾ ਸੀ। ਇਹ ਵਿਆਹ ਘੱਟ ਤੇ ਇੱਕ ਸੌਦਾ ਜ਼ਿਆਦਾ ਸੀ, ਮੇਰੀ ਮਜਬੂਰੀ ਦਾ ਸੌਦਾ। ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆ ਗਈ। ਮੇਰੇ ਸਹੁਰੇ ਘਰ ਵਿੱਚ ਸਿਰਫ ਮੇਰੇ ਪਤੀ ਅਤੇ ਮੇਰਾ ਸਹੁਰਾ ਸੀ। ਉੱਥੇ ਮੇਰਾ ਸਵਾਗਤ ਕਰਨ ਵਾਲਾ ਕੋਈ ਨਹੀਂ ਸੀ ਤੇ ਮੈਨੂੰ ਸਿੱਧਾ ਮੇਰੇ ਪਤੀ ਦੇ ਕਮਰੇ ਵਿੱਚ ਲੈ ਕੇ ਜਾਇਆ ਗਿਆ। ਮੈਂ ਦੁਲਹਨ ਬਣੀ ਬੈੱਡ ਤੇ ਬੈਠੀ ਸੀ, ਇੱਕ ਸਾਦਾ ਜਿਹਾ ਵਿਆਹ ਵਾਲਾ ਜੋੜਾ ਪਾ ਕੇ। ਮੈਂ ਕਿਸੇ ਪਾਸੇ ਤੋਂ ਦੁਲਹਨ ਨਹੀਂ ਲੱਗਦੀ ਸੀ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ ਤੇ ਮੇਰੇ ਹੱਥ ਪੈਰ ਕੰਬ ਰਹੇ ਸੀ। ਮੇਰੇ ਮੱਥੇ ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸੀ। ਮੈਂ ਆਪਣੇ ਪਤੀ ਬਾਰੇ ਬਹੁਤ ਸਾਰੀਆਂ ਗੱਲਾਂ ਸੁਣੀਆਂ ਸੀ ਜੋ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ। ਕੋਈ ਕਹਿ ਰਿਹਾ ਸੀ ਕਿ ਉਸ ਨਾਲ ਵਿਆਹ ਨਾ ਕਰੋ, ਉਹ ਪਾਗਲ ਆ, ਉਹ ਮਾਨਸਿਕ ਰੋਗੀ ਆ, ਤੇਰੀ ਜ਼ਿੰਦਗੀ ਨਰਕ ਬਣ ਜਾਵੇਗੀ, ਤੂੰ ਤਾਂ ਪੜ੍ਹੀ ਲਿਖੀ ਕੁੜੀ ਆ, ਫਿਰ ਉਸ ਪਾਗਲ ਮੁੰਡੇ ਨਾਲ ਵਿਆਹ ਕਰਨ ਦੀ ਬੇਵਕੂਫੀ ਕਿਉਂ ਕਰ ਰਹੀ ਆ। ਮੇਰੇ ਮਨ ਵਿੱਚ ਇਸ ਤੋਂ ਇੱਕ ਤੋਂ ਬਾਅਦ ਇੱਕ ਸ਼ਬਦ ਗੂੰਜ ਰਹੇ ਸੀ। ਘਬਰਾਹਟ ਕਾਰਨ ਮੇਰਾ ਗਲਾ ਵੀ ਸੁੱਕ ਰਿਹਾ ਸੀ। ਮੈਂ ਆਪਣੀ ਘਬਰਾਹਟ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਮੇਰੇ ਪਤੀ ਅੰਦਰ ਆਏ ਤਾਂ ਮੈਂ ਥੋੜਾ ਘਬਰਾ ਕੇ ਬੈਠ ਗਈ। ਉਹ ਮੇਰੇ ਕੋਲ ਆ ਕੇ ਬੈਠ ਗਏ ਅਤੇ ਮੈਨੂੰ ਆਪਣਾ ਘੁੰਡ ਚੁੱਕਣ ਲਈ ਕਿਹਾ। ਮੈਨੂੰ ਇਹ ਗੱਲ ਬਹੁਤ ਅਜੀਬ ਲੱਗੀ, ਪਰ ਮੈਂ ਆਪਣੇ ਪਤੀ ਬਾਰੇ ਪਹਿਲਾਂ ਹੀ ਕਈ ਅਜੀਬ ਗੱਲਾਂ ਸੁਣੀਆਂ ਸਨ। ਇਸ ਲਈ ਮੈਂ ਹੈਰਾਨ ਹੋਣਾ ਬੰਦ ਕਰ ਦਿੱਤਾ ਤੇ ਉਸ ਦੀ ਗੱਲ ਮੰਨ ਲਈ ਤੇ ਆਪਣਾ ਘੁੰਡ ਆਪ ਹੀ ਚੁੱਕ ਲਿਆ। ਘੁੰਡ ਚੁੱਕ ਕੇ ਜਿਵੇਂ ਹੀ ਮੈਂ ਆਪਣੇ ਪਤੀ ਵੱਲ ਦੇਖਿਆ ਤਾਂ ਮੈਂ ਹੈਰਾਨ ਰਹਿ ਗਈ, ਕਿਉਂਕਿ ਮੇਰਾ ਨਾਮ ਅਮਨ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰੇ ਤੋਂ ਇਲਾਵਾ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਸੀ। ਮੇਰਾ ਭਰਾ ਅਜੇ ਬਹੁਤ ਛੋਟਾ ਸੀ ਤੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ, ਜਦ ਕਿ ਮੈਂ ਇੰਟਰ ਪਾਸ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਮੈਂ ਸਕਾਲਰਸ਼ਿਪ ਤੇ ਪੜ੍ਹ ਰਹੀ ਸੀ। ਇੱਥੇ ਮੇਰੇ ਵਰਗੀਆਂ ਬਹੁਤ ਘੱਟ ਕੁੜੀਆਂ ਸਨ ਜੋ ਗਰੀਬ ਪਰਿਵਾਰਾਂ ਦੀਆਂ ਹਨ। ਇੱਥੇ ਚੰਗੇ ਅਤੇ ਅਮੀਰ ਘਰਾਣੇ ਦੀਆਂ ਕੁੜੀਆਂ ਸਨ। ਇਸ ਲਈ ਮੈਂ ਸ਼ੁਰੂ ਤੋਂ ਹੀ ਇੱਥੇ ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੀ ਸੀ। ਮੇਰੇ ਕਾਲਜ ਵਿੱਚ ਮੇਰੀ ਕਿਸੇ ਨਾਲ ਦੋਸਤੀ ਨਹੀਂ ਸੀ, ਪਰ ਸਰ ਨੇ ਇੱਕ ਪ੍ਰੋਜੈਕਟ ਲਈ ਕਾਲਜ ਦਾ ਇੱਕ ਗਰੁੱਪ ਬਣਾਇਆ ਸੀ। ਕਈ ਵਾਰੀ ਮੈਂ ਆਪਣੀ ਪੜ੍ਹਾਈ ਬਾਰੇ ਕਾਲਜ ਦੇ ਇਸ ਗਰੁੱਪ ਨਾਲ ਚਰਚਾ ਕਰ ਲੈਂਦੀ ਸੀ, ਕਿਉਂਕਿ ਉਨੀ ਦਿਨੀ ਸਾਡੇ ਵਿਭਾਗ ਵਿੱਚ ਦੀਪ ਨਾਮ ਦਾ ਇੱਕ ਮੁੰਡਾ ਆਇਆ ਅਤੇ ਜਿਵੇਂ ਹੀ ਉਹ ਆਇਆ ਤਾਂ ਸਾਰੇ ਵਿਭਾਗ ਵਿੱਚ ਉਸ ਦੀ ਖਬਰ ਫੈਲ ਗਈ। ਉਹ ਬਹੁਤ ਸੋਹਣਾ ਸੀ ਤੇ ਹਰ ਕੁੜੀ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ। ਕੁੜੀਆਂ ਮੱਖੀਆਂ ਵਾਂਗ ਉਸ ਦੇ ਆਲੇ ਦੁਆਲੇ ਘੁੰਮਦੀਆਂ ਰਹਿੰਦੀਆਂ ਸਨ। ਦੀਪ ਨੇ ਕਿਸੇ ਵੱਲ ਧਿਆਨ ਨਾ ਦਿੱਤਾ। ਉਹ ਬਹੁਤ ਸੁੰਦਰ ਸੀ। ਹਰ ਕੁੜੀ ਲਈ ਦੀਵਾਲੀ ਸੀ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ ਤਾਂ ਮੈਂ ਵੀ ਉਸ ਨੂੰ ਦੇਖਦੀ ਰਹਿ ਗਈ। ਮੈਂ ਪਹਿਲੀ ਨਜ਼ਰ ਵਿੱਚ ਹੀ ਆਪਣਾ ਦਿਲ ਉਸ ਨੂੰ ਦੇ ਦਿੱਤਾ, ਪਰ ਉਹ ਇੱਕ ਚੰਨ ਵਾਂਗ ਸੀ ਜਿਸ ਨੂੰ ਮੈਂ ਛੂਹਣਾ ਚਾਹੁੰਦੀ ਸੀ ਪਰ ਛੂਹ ਨਹੀਂ ਸਕਦੀ ਸੀ। ਪਹਿਲੀ ਨਜ਼ਰ ਦਾ ਪਿਆਰ ਮੈਂ ਆਪਣੇ ਦਿਲ ਵਿੱਚ ਹੀ ਦੱਬ ਲਿਆ। ਮੈਨੂੰ ਪਤਾ ਸੀ ਕਿ ਮੈਂ ਜੋ ਕੁਝ ਚਾਹੁੰਦੀ ਹਾਂ ਉਸ ਨੂੰ ਕਦੇ ਪ੍ਰਾਪਤ ਨਹੀਂ ਕਰ ਸਕਦੀ। ਇਸ ਲਈ ਇਸ ਮਾਮਲੇ ਨੂੰ ਅੱਗੇ ਲਿਜਾਣ ਦਾ ਕੋਈ ਫਾਇਦਾ ਹੀ ਨਹੀਂ। ਇਹ ਸਭ ਮੇਰੇ ਨਾਲ ਪਹਿਲੀ ਵਾਰ ਹੋਇਆ। ਪਹਿਲਾਂ ਕਦੇ ਕਿਸੇ ਮੁੰਡੇ ਨੂੰ ਦੇਖ ਕੇ ਮੇਰਾ ਦਿਲ ਇਸ ਤਰ੍ਹਾਂ ਨਹੀਂ ਧੜਕਦਾ ਸੀ, ਪਰ ਜਦੋਂ ਮੈਂ ਦੀਪ ਨੂੰ ਦੇਖਦੀ ਤਾਂ ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕਦਾ। ਮੇਰੀਆਂ ਨਜ਼ਰਾਂ ਆਪਣੇ ਆਪ ਦੀਪ ਵੱਲ ਜਾਂਦੀਆਂ ਤੇ ਮੈਂ ਝੱਟ ਅੱਖਾਂ ਨੀਵੀਆਂ ਕਰ ਲੈਂਦੀ। ਮੈਂ ਨਹੀਂ ਚਾਹੁੰਦੀ ਸੀ ਕਿ ਦੀਪ ਨੂੰ ਸ਼ੱਕ ਹੋਵੇ ਕਿ ਮੈਂ ਉਸ ਨੂੰ ਕਿਵੇਂ ਦੇਖਦੀ ਹਾਂ। ਮੈਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਦਿਲ ਵਿੱਚ ਰੱਖਿਆ ਸੀ, ਉਹਨਾਂ ਨੂੰ ਕਦੇ ਵੀ ਕਿਸੇ ਅੱਗੇ ਜ਼ਾਹਿਰ ਨਹੀਂ ਹੋਣ ਦਿੱਤਾ ਸੀ। ਜਦੋਂ ਕਲਾਸ ਵਿੱਚ ਨਵੇਂ ਗਰੁੱਪ ਬਣੇ ਤਾਂ ਦੀਪ ਮੇਰੇ ਗਰੁੱਪ ਵਿੱਚ ਸ਼ਾਮਲ ਹੋ ਗਿਆ। ਹੁਣ ਤਾਂ ਅਕਸਰ ਇਹ ਹੋਣ ਲੱਗਾ ਕਿ ਪੜ੍ਹਾਈ ਦੇ ਸਿਲਸਿਲੇ ਵਿੱਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਸੀ। ਕਈ ਵਾਰ ਦੀਪ ਮੇਰੇ ਨੋਟਸ ਵੀ ਬਣਾ ਦਿੰਦਾ। ਉਹ ਮੇਰੀ ਪੜ੍ਹਾਈ ਵਿੱਚ ਹਰ ਸੰਭਵ ਮਦਦ ਕਰਦਾ ਤੇ ਉਹ ਮੇਰੇ ਕੰਮ ਵਿੱਚ ਵੀ ਮੇਰੀ ਮਦਦ ਕਰਦਾ ਸੀ, ਜਦ ਕਿ ਉਹ ਕਿਸੇ ਹੋਰ ਕੁੜੀ ਨਾਲ ਗੱਲ ਨਹੀਂ ਕਰਦਾ ਸੀ। ਕੁਝ ਕੁੜੀਆਂ ਮੈਨੂੰ ਦੇਖ ਕੇ ਈਰਖਾ ਕਰਨ ਲੱਗ ਪਈਆਂ ਤੇ ਮੈਨੂੰ ਕਹਿਣ ਲੱਗ ਪਈਆਂ ਕਿ ਦੀਪ ਤੈਨੂੰ ਪਸੰਦ ਕਰਦਾ, ਇਸੇ ਲਈ ਉਹ ਤੇਰੇ ਨਾਲ ਇੰਨੀ ਗੱਲ ਕਰਦਾ, ਨਹੀਂ ਤਾਂ ਸਾਡੇ ਵੱਲ ਵੇਖ, ਅਸੀਂ ਉਸ ਨਾਲ ਗੱਲ ਕਰਨ ਲਈ ਪਾਗਲ ਹਾਂ ਤੇ ਉਹ ਸਾਡੇ ਵੱਲ ਧਿਆਨ ਵੀ ਨਹੀਂ ਦਿੰਦਾ। ਪਰ ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਇੱਕ ਕੰਨ ਵਿੱਚੋਂ ਸੁਣਦੀ ਤੇ ਦੂਜੇ ਕੰਨ ਵਿੱਚੋਂ ਕੱਢ ਦਿੰਦੀ, ਕਿਉਂਕਿ ਮੈਂ ਆਪਣੇ ਸਟੇਟਸ ਤੋਂ ਚੰਗੀ ਤਰ੍ਹਾਂ ਜਾਣੂ ਸੀ। ਬੇਸ਼ੱਕ ਮੈਂ ਬਹੁਤ ਸੋਹਣੀ ਸੀ, ਪਰ ਮੇਰਾ ਸਟੇਟਸ ਦੀਪ ਦੇ ਸਟੇਟਸ ਨਾਲ ਮੇਲ ਨਹੀਂ ਖਾਂਦਾ ਸੀ। ਦੇਖੋ, ਕੋਈ ਪਾਗਲ ਹੀ ਹੋਵੇਗਾ ਜੋ ਇੰਨੀਆਂ ਅਮੀਰ ਕੁੜੀਆਂ ਨੂੰ ਛੱਡ ਕੇ ਮੈਨੂੰ ਪਸੰਦ ਕਰਦਾ ਸੀ। ਉਹ ਇੱਕ ਹਾਈ ਫਾਈ ਪ੍ਰੋਫਾਈਲ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਮੈਂ ਇੱਕ ਗਰੀਬ ਪਰਿਵਾਰ ਨਾਲ, ਜਿਸ ਦਾ ਪਿਤਾ ਸਬਜ਼ੀ ਦੀ ਸਟਾਲ ਚਲਾਉਂਦਾ ਸੀ। ਸਾਡੇ ਕਾਲਜ ਦਾ ਸਮਾਂ ਇਵੇਂ ਗੁਜ਼ਰਿਆ, ਪਤਾ ਹੀ ਨਹੀਂ ਲੱਗਾ।
ਦੀਪਕ ਨਾਲ ਮੈਂ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਤੇ ਨਾ ਹੀ ਉਸਨੇ ਮੇਰੇ ਨਾਲ ਕਦੇ ਕੋਈ ਫਾਲਤੂ ਗੱਲ ਕੀਤੀ। ਅੱਜ ਸਾਡਾ ਕਾਲਜ ਵਿੱਚ ਆਖਰੀ ਦਿਨ ਸੀ, ਪਰ ਅੱਜ ਦੀਪ ਨਹੀਂ ਆਇਆ। ਮੇਰਾ ਦਿਲ ਅਜੀਬ ਜਿਹੀ ਬੇਚੈਨੀ ਮਹਿਸੂਸ ਕਰਨ ਲੱਗਾ। ਮੈਂ ਇੰਨਾ ਲੰਮਾ ਸਮਾਂ ਇੰਤਜ਼ਾਰ ਕੀਤਾ ਕਿ ਮੈਂ ਉਸ ਨੂੰ ਆਖਰੀ ਵਾਰ ਦੇਖਣਾ ਚਾਹੁੰਦੀ ਸੀ। ਮੈਂ ਇਹਨਾਂ ਪਲਾਂ ਨੂੰ ਆਪਣੇ ਦਿਲ ਵਿੱਚ ਕੈਦ ਕਰਨਾ ਚਾਹੁੰਦੀ ਸੀ ਤਾਂ ਜੋ ਮੇਰੀ ਜ਼ਿੰਦਗੀ ਦੇ ਕਿਸੇ ਮੋੜ 'ਤੇ ਜੋ ਮੈਨੂੰ ਦੀਪ ਦੀ ਯਾਦ ਆਵੇ ਤਾਂ ਮੈਂ ਇਹਨਾਂ ਖੂਬਸੂਰਤ ਪਲਾਂ ਨੂੰ ਯਾਦ ਕਰ ਸਕਾਂ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ। ਮੈਂ ਝਟਪਟ ਹੰਝੂ ਪੂੰਝੇ, ਪਰ ਦੀਪ ਮੈਨੂੰ ਕਿਧਰੇ ਨਹੀਂ ਦਿਖ ਰਿਹਾ ਸੀ। ਉਹ ਕਿਉਂ ਨਹੀਂ ਆਇਆ? ਅਸੀਂ ਕਦੇ ਇੱਕ ਦੂਜੇ ਨੂੰ ਆਪਣਾ ਨੰਬਰ ਵੀ ਨਹੀਂ ਦਿੱਤਾ ਸੀ ਕਿਉਂਕਿ ਉਸ ਦੀ ਕਦੇ ਲੋੜ ਨਹੀਂ ਪਈ ਸੀ ਤੇ ਅੱਜ ਆਖਰੀ ਦਿਨ ਸੀ। ਮੈਂ ਭਾਰੀ ਮਨ ਨਾਲ ਕਾਲਜ ਤੋਂ ਵਾਪਸ ਘਰ ਪਰਤ ਰਹੀ ਸੀ। ਮੇਰਾ ਮਨ ਬਹੁਤ ਉਦਾਸ ਸੀ। ਮੈਂ ਬਹੁਤ ਜ਼ਿਆਦਾ ਬੇਚੈਨ ਸੀ। ਕਾਲਜ ਦੇ ਗੇਟ ਤੋਂ ਬਾਹਰ ਨਿਕਲਦਿਆਂ ਮੈਂ ਮੁੜ ਕੇ ਉਸੇ ਦਿਸ਼ਾ ਵੱਲ ਦੇਖਦੀ ਰਹੀ ਜਿੱਥੋਂ ਦੀ ਆਉਂਦਾ ਸੀ। ਮੇਰਾ ਜੀਅ ਕਰਦਾ ਸੀ ਕਿ ਚੀਖ ਕੇ ਦੀਪ ਦਾ ਨਾਂ ਲੈ ਕੇ ਉਸ ਨੂੰ ਬੁਲਾ ਕੇ ਪੁੱਛਾਂ, ਕਿੱਥੇ ਆ ਤੂੰ? ਘੱਟੋ ਘੱਟ ਇੱਕ ਵਾਰ ਤਾਂ ਆ ਜਾ, ਮੈਂ ਤੈਨੂੰ ਆਖਰੀ ਵਾਰ ਦੇਖਣਾ ਚਾਹੁੰਦੀ ਹਾਂ। ਪਰ ਦੀਪ ਨੇ ਨਹੀਂ ਆਉਣਾ ਸੀ ਤੇ ਉਹ ਨਹੀਂ ਆਇਆ। ਮੈਂ ਦੁਖੀ ਮਨ ਨਾਲ ਘਰ ਆ ਗਈ। ਮੇਰਾ ਦਿਨ ਬੜਾ ਮਾੜਾ ਗੁਜ਼ਰਿਆ। ਉਸ ਦਿਨ ਦੀ ਉਦਾਸੀ ਤੋਂ ਛੁਟਕਾਰਾ ਪਾਉਣ ਦੇ ਲਈ ਕਈ ਦਿਨ ਗੁਜ਼ਰ ਗਏ, ਪਰ ਕਾਲਜ ਛੱਡਣ ਤੋਂ ਕੁਝ ਸਮੇਂ ਬਾਅਦ ਮੇਰੀ ਜ਼ਿੰਦਗੀ ਨੇ ਅਜਿਹਾ ਮੋੜ ਲੈ ਲਿਆ। ਪਾਪਾ ਨੂੰ ਕੰਮ ਦੇ ਦੌਰਾਨ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਹ ਕਈ ਦਿਨ ਹਸਪਤਾਲ ਵਿੱਚ ਰਹੇ। ਕੰਮ ਅਚਾਨਕ ਬੰਦ ਹੋ ਗਿਆ ਸੀ। ਅਸੀਂ ਗਰੀਬ ਲੋਕ ਸੀ। ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਬੈਠ ਕੇ ਰੋਟੀ ਖਾ ਸਕਦੇ। ਸਾਡਾ ਤਾਂ ਰੋਜ਼ ਦਾ ਕਮਾਉਣਾ ਤੇ ਰੋਜ਼ ਦਾ ਖਾਣਾ ਸੀ। ਬੜੀ ਮੁਸ਼ਕਲ ਨਾਲ ਦਿਨ ਗੁਜ਼ਰੇ ਸੀ। ਮੈਂ ਰੋਂਦੀ ਹੋਈ ਆਪਣੇ ਪਿਤਾ ਨੂੰ ਬਚਾਉਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਸੀ। ਇਸ ਦੁਨੀਆ ਵਿੱਚ ਮੇਰੇ ਪਾਪਾ ਤੋਂ ਇਲਾਵਾ ਮੇਰਾ ਕੌਣ ਸੀ? ਡਾਕਟਰ ਨੇ ਕੁਝ ਟੈਸਟ ਦੱਸੇ। ਉਹਨਾਂ ਨੂੰ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਪਿਤਾ ਜੀ ਦੇ ਦਿਲ ਦੇ 2 ਵਾਲ ਬੰਦ ਹੋ ਗਏ ਹਨ। ਉਹਨਾਂ ਦੇ ਦਿਲ ਦੀ ਵੱਡੀ ਸਰਜਰੀ ਕਰਨੀ ਸੀ। ਸਾਡੇ ਕੋਲ ਇੰਨਾ ਮਹਿੰਗਾ ਇਲਾਜ ਕਰਵਾਉਣ ਦੇ ਲਈ ਪੈਸੇ ਨਹੀਂ ਸਨ। ਪਾਪਾ ਕੁਝ ਸਮਾਂ ਸਰਕਾਰੀ ਹਸਪਤਾਲ ਤੋਂ ਇਲਾਜ ਕਰਵਾ ਕੇ ਘਰ ਆ ਗਏ, ਪਰ ਡਾਕਟਰ ਨੇ ਪਾਪਾ ਨੂੰ ਸਖਤੀ ਨਾਲ ਆਰਾਮ ਕਰਨ ਲਈ ਕਿਹਾ ਸੀ। ਪਾਪਾ ਜ਼ਿਆਦਾਤਰ ਘਰ ਵਿੱਚ ਹੀ ਰਹਿੰਦੇ ਸਨ। ਉਹ ਕੰਮ 'ਤੇ ਜਾਣ ਲਈ ਬਹੁਤ ਕੋਸ਼ਿਸ਼ ਕਰਦੇ, ਪਰ ਮੈਂ ਉਹਨਾਂ ਨੂੰ ਇਨਕਾਰ ਕਰ ਦਿੰਦੀ। ਪਾਪਾ ਕਹਿੰਦੇ, ਬੇਟਾ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਅਸੀਂ ਖਾਵਾਂਗੇ ਕੀ? ਇੱਕ ਦਿਨ ਪਾਪਾ ਜੀ ਚੋਰੀ ਛੁਪੇ ਕੰਮ 'ਤੇ ਚਲੇ ਗਏ ਤੇ ਉਹਨਾਂ ਦੀ ਤਬੀਅਤ ਵਿਗੜ ਗਈ। ਹੁਣ ਪਾਪਾ ਜੀ ਨੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਦੋਂ ਤੱਕ ਉਹ ਠੀਕ ਨਹੀਂ ਹੋ ਜਾਂਦਾ ਉਹ ਕੰਮ 'ਤੇ ਨਹੀਂ ਜਾਵੇਗਾ। ਰੱਬ ਨਾ ਕਰੇ ਜੇ ਮੈਨੂੰ ਕੁਝ ਹੋ ਗਿਆ ਤਾਂ ਤੁਹਾਡਾ ਕੀ ਬਣੇਗਾ? ਪਰ ਘਰ ਇਸ ਤਰ੍ਹਾਂ ਕਦੋਂ ਤੱਕ ਚੱਲਦਾ? ਜੋ ਵੀ ਰਾਸ਼ਨ ਸੀ ਉਹ ਖਤਮ ਹੋ ਚੁੱਕਾ ਸੀ। ਇਕੱਠੀ ਕੀਤੀ ਪੂੰਜੀ ਵੀ ਹੌਲੀ-ਹੌਲੀ ਖਤਮ ਹੋਣ ਲੱਗੀ। ਅਸੀਂ ਘਰ ਵੀ ਬਦਲ ਲਿਆ, ਕਿਰਾਏ 'ਤੇ ਕਮਰਾ ਲੈ ਲਿਆ। ਇਹ ਇੱਕ ਛੋਟਾ ਜਿਹਾ ਘਰ ਸੀ। ਉੱਥੇ ਰਹਿਣ ਵਿੱਚ ਬਹੁਤ ਮੁਸ਼ਕਲ ਸੀ, ਪਰ ਫਿਰ ਵੀ ਉਹ ਸਾਡਾ ਸਾਥ ਦੇ ਰਹੇ ਸਨ। ਮਾਂ ਦਾ ਫਿਕਰਮੰਦ ਚਿਹਰਾ ਵੇਖ ਕੇ ਮੈਨੂੰ ਵੀ ਚਿੰਤਾ ਹੋ ਜਾਂਦੀ। ਭਰਾ ਅਜੇ ਬਹੁਤ ਛੋਟਾ ਸੀ, ਇਸ ਕਰਕੇ ਉਹ ਸਾਡੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਸੀ ਤੇ ਫਿਰ ਮੈਂ ਸੋਚਿਆ ਹੁਣ ਮੈਨੂੰ ਹੀ ਕੁਝ ਕਰਨਾ ਹੋਵੇਗਾ। ਮੈਂ ਮਨ ਬਣਾ ਲਿਆ ਤੇ ਫਿਰ ਪਾਪਾ ਦੀ ਸਬਜ਼ੀ ਦੀ ਰੇਹੜੀ ਕੱਢ ਕੇ ਘਰ ਦੇ ਬਾਹਰ ਲਾਉਣ ਲੱਗੀ। ਹਰ ਸਵੇਰੇ ਮੈਂ ਆਪਣੀ ਮਾਂ ਨਾਲ ਬਾਜ਼ਾਰ ਤੋਂ ਤਾਜ਼ੀਆਂ ਸਬਜ਼ੀਆਂ ਲਿਆ ਕੇ ਘਰ ਦੇ ਬਾਹਰ ਵੇਚਦੀ ਸੀ, ਪਰ ਬਹੁਤ ਪੈਸਾ ਨਹੀਂ ਬਚਦਾ ਸੀ। ਪਾਪਾ ਦੀਆਂ ਦਵਾਈਆਂ ਦਾ ਖਰਚਾ ਵੀ ਸੀ, ਸਾਡੇ ਘਰ ਦੇ ਖਰਚੇ ਵੀ ਪੂਰੇ ਕਰਨੇ ਸੀ। ਅਸੀਂ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਤਾਂ ਪੂਰਾ ਕਰਦੇ ਸੀ, ਪਰ ਪਿਤਾ ਦੇ ਇਲਾਜ ਲਈ ਪੈਸੇ ਨਾ ਬਚਾ ਸਕੇ। ਆਖਰ ਮੈਂ ਫੈਸਲਾ ਲਿਆ ਕਿ ਮੰਮੀ ਨੂੰ ਇਸ ਬਾਰੇ ਦੱਸਿਆ। ਮੰਮੀ ਨੇ ਮੈਨੂੰ ਬਹੁਤ ਮਨਾ ਕੀਤਾ, ਪਰ ਮੈਂ ਆਪਣੀ ਗੱਲ 'ਤੇ ਅੜੀ ਰਹੀ। ਮੈਂ ਪਿਤਾ ਜੀ ਤੋਂ ਵੀ ਇਜਾਜ਼ਤ ਲੈ ਲਈ। ਆਗਿਆ ਦਿੰਦੇ ਸਮੇਂ ਪਿਤਾ ਜੀ ਦਾ ਮਨ ਬਹੁਤ ਭਾਰਾ ਹੋ ਗਿਆ ਕਿਉਂਕਿ ਉਹਨਾਂ ਨੇ ਮੈਨੂੰ ਕੁਝ ਹੋਰ ਹੀ ਸੁਪਨੇ ਦਿਖਾਏ ਸਨ, ਪਰ ਹੁਣ ਹਾਲਾਤਾਂ ਦੇ ਇਸ ਮੋੜ ਕਾਰਨ ਉਹ ਸਾਰੇ ਸੁਪਨੇ ਅਧੂਰੇ ਰਹਿ ਗਏ। ਪਿਤਾ ਜੀ ਦੀ ਇਜਾਜ਼ਤ ਮੰਗਦਿਆਂ ਹੀ ਮੈਂ ਅਗਲੇ ਹੀ ਦਿਨ ਵੱਖ-ਵੱਖ ਥਾਵਾਂ 'ਤੇ ਨੌਕਰੀ ਲਈ ਇੰਟਰਵਿਊ ਦੇਣੀ ਸ਼ੁਰੂ ਕਰ ਦਿੱਤੀ ਤੇ ਅਖਬਾਰ ਲਵਾ ਲਿਆ। ਅਖਬਾਰ ਵਿੱਚ ਨੌਕਰੀਆਂ ਦੇ ਇਸ਼ਤਿਹਾਰ ਦੇਖ ਕੇ ਮੈਂ ਕਈ ਥਾਵਾਂ 'ਤੇ ਅਪਲਾਈ ਕੀਤਾ ਤੇ ਪੂਰਾ ਮਹੀਨਾ ਨੌਕਰੀ ਲਈ ਅਪਲਾਈ ਕਰਦੀ ਰਹੀ, ਪਰ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲੀ। ਇੰਟਰਵਿਊ ਲਈ ਕਾਲ ਆਉਂਦੀ, ਮੈਂ ਇੰਟਰਵਿਊ ਲਈ ਵੀ ਜਾਂਦੀ। ਇੰਝ ਲੱਗਦਾ ਸੀ ਜਿਵੇਂ ਨੌਕਰੀ ਲਈ ਚੋਣ ਪਹਿਲਾਂ ਤੋਂ ਹੀ ਹੋ ਚੁੱਕੀ ਹੋਵੇ ਤੇ ਇਹ ਸਾਰੀਆਂ ਇੰਟਰਵਿਊਜ਼ ਸਿਰਫ ਇੱਕ ਦਿਖਾਵਾ ਹੀ ਸੀ। ਪਰ ਫਿਰ ਉਨੀ ਦਿਨੀ ਮੈਂ ਇੰਟਰਵਿਊ ਲਈ ਇੱਕ ਜਗ੍ਹਾ ਗਈ। ਫਿਰ ਰੱਬ ਦਾ ਚਮਤਕਾਰ ਹੋਇਆ ਕਿ ਮੈਨੂੰ ਉੱਥੇ ਨੌਕਰੀ ਮਿਲ ਗਈ। ਤਨਖਾਹ ਬਹੁਤ ਜ਼ਿਆਦਾ ਨਹੀਂ ਸੀ, ਪਰ ਫਿਰ ਵੀ ਚੰਗੀ ਸੀ। ਮੈਂ ਬਹੁਤ ਖੁਸ਼ ਹੋਈ ਤੇ ਤੁਰੰਤ ਜੌਬ 'ਤੇ ਲੱਗ ਗਈ। ਮੈਨੂੰ ਜੁਆਇਨ ਕੀਤੇ ਹੋਏ ਅਜੇ ਕੁਝ ਹੀ ਦਿਨ ਹੋਏ ਸੀ। ਇੱਕ ਦਿਨ ਮੇਰੇ ਬੌਸ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਤੇ ਕਿਹਾ, ਅਮਨ, ਤੇਰੀ ਯੋਗਤਾ ਅਤੇ ਤੇਰੇ ਚੰਗੇ ਕੰਮ ਨੂੰ ਦੇਖਦੇ ਹੋਏ ਤੇਰੀ ਤਨਖਾਹ ਤੇ ਅਹੁਦਾ
ਘੱਟ ਹਨ। ਸਹੀ ਗੱਲ ਹੈ ਨਾ? ਬੌਸ ਨੇ ਮੈਨੂੰ ਸਵਾਲ ਪੁੱਛਿਆ। ਇਸ ਲਈ ਮੈਂ ਥੋੜ੍ਹਾ ਉਲਝਣ ਵਿੱਚ ਪੈ ਗਈ, ਪਰ ਫਿਰ ਮੈਂ ਹਿੰਮਤ ਇਕੱਠੀ ਕੀਤੀ ਤੇ ਹਾਂ ਕਿਹਾ ਤੇ ਉਸਨੇ ਕੁਝ ਸਮੇਂ ਲਈ ਮੈਨੂੰ ਡੂੰਘੀ ਨਜ਼ਰਾਂ ਨਾਲ ਦੇਖਿਆ ਤੇ ਉਸਦੇ ਇਸ ਤਰ੍ਹਾਂ ਮੇਰੇ ਵੱਲ ਦੇਖਣ ਤੇ ਮੈਂ ਘਬਰਾ ਗਈ। ਪਰ ਫਿਰ ਉਹ ਕਹਿਣ ਲੱਗਾ, ਤੁਹਾਡੀ ਤਨਖਾਹ ਤਾਂ ਵੱਧ ਸਕਦੀ ਆ, ਪਰ ਜੇ ਤੁਸੀਂ ਮੇਰੇ ਲਈ ਇਹ ਕੰਮ ਕਰੋਗੇ ਤਾਂ। ਬੌਸ ਨੇ ਪੁੱਛਿਆ ਤਾਂ ਮੈਂ ਉਸ ਵੱਲ ਉਲਝਣ ਭਰੀਆਂ ਨਜ਼ਰਾਂ ਨਾਲ ਦੇਖਿਆ। ਮੈਂ ਉਸ ਨੂੰ ਘਬਰਾ ਕੇ ਦੇਖਿਆ ਤੇ ਪੁੱਛਣ ਲੱਗੀ ਕਿ ਕਿਹੜਾ ਕੰਮ? ਉਹ ਕਮੀਨੀ ਜਿਹੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ਮਿਸ ਅਮਨ, ਤੁਸੀਂ ਬਹੁਤ ਬੁੱਧੀਮਾਨ ਹੋ, ਤੁਸੀਂ ਸਮਝ ਸਕਦੇ ਹੋ, ਇਸ ਲਈ ਤੁਹਾਨੂੰ ਮੈਨੂੰ ਖੁਸ਼ ਕਰਨਾ ਪਵੇਗਾ। ਇਹ ਇੰਨੀ ਔਖੀ ਗੱਲ ਨਹੀਂ ਆ, ਇਹ ਅੱਜ ਕੱਲ੍ਹ ਆਮ ਹੀ ਗੱਲ ਆ। ਲੋਕ ਪੈਸੇ ਲਈ ਸਭ ਕੁਝ ਕਰਦੇ ਹਨ। ਜੇ ਤੁਸੀਂ ਮੈਨੂੰ ਹਰ ਰੋਜ਼ ਖੁਸ਼ ਰੱਖਦੇ ਹੋ ਤਾਂ ਮੈਂ ਤੁਹਾਡੀ ਤਨਖਾਹ ਦੁੱਗਣੀ ਕਰ ਦਿਆਂਗਾ, ਤੁਹਾਡੇ ਘਰ ਦੇ ਹਾਲਾਤ ਸੁਧਰ ਜਾਣਗੇ। ਬੌਸ ਨੇ ਮੈਨੂੰ ਹੇਠਾਂ ਤੋਂ ਉੱਪਰ ਤੱਕ ਦੇਖਿਆ ਤੇ ਕਿਹਾ। ਬੌਸ ਦੀ ਗੱਲ ਸੁਣ ਕੇ ਮੇਰੇ ਸਾਰੇ ਸਰੀਰ ਨੂੰ ਅੱਗ ਲੱਗ ਗਈ। ਮੈਂ ਬੜੇ ਗੁੱਸੇ ਨਾਲ ਖੜੇ ਹੋ ਕੇ ਕਿਹਾ, ਤੇਰੇ ਵਰਗੇ ਬਦਮਾਸ਼ਾਂ ਕਰਕੇ ਹੀ ਕੁੜੀਆਂ ਘਰ ਤੋਂ ਨਿਕਲ ਤੋਂ ਡਰਦੀਆਂ ਹਨ। ਮੈਂ ਤੈਨੂੰ ਤੇ ਤੇਰੇ ਇਸ ਕੰਮ ਨੂੰ ਲੱਤ ਮਾਰਦੀ ਆਂ। ਮੈਂ ਗੁੱਸੇ ਨਾਲ ਇਹ ਕਹਿ ਕੇ ਦਫ਼ਤਰ ਤੋਂ ਬਾਹਰ ਆ ਗਈ। ਉਹ ਬੌਸ ਮੈਨੂੰ ਪਿੱਛੇ ਤੋਂ ਬੁਲਾਉਂਦਾ ਰਿਹਾ। ਮੇਰੀਆਂ ਅੱਖਾਂ ਵਿੱਚ ਬੇਵਸੀ ਦੇ ਹੰਝੂ ਵਹਿ ਰਹੇ ਸੀ। ਮੈਂ ਬਹੁਤ ਬੇਵਸ ਮਹਿਸੂਸ ਕਰ ਰਹੀ ਸੀ, ਪਰ ਇਹ ਬੇਵਸ ਤੇ ਲਾਚਾਰ ਲੋਕਾਂ ਦੀ ਦੁਨੀਆ ਨਹੀਂ ਸੀ। ਮੈਂ ਕਿੰਨਾ ਟਾਈਮ ਤੱਕ ਇਸ ਤਰ੍ਹਾਂ ਸੜਕ ਤੇ ਨਾਲ ਤੁਰਦੀ ਰਹੀ, ਪਰ ਕਦੋਂ ਤੱਕ? ਮੈਂ ਘਰ ਤਾਂ ਜਾਣਾ ਹੀ ਸੀ। ਘਰ ਪਹੁੰਚ ਕੇ ਮਾਂ ਨੇ ਮੇਰਾ ਚਿੰਤਿਤ ਚਿਹਰਾ ਦੇਖਿਆ ਤੇ ਪੁੱਛਿਆ, ਕੀ ਹੋਇਆ ਅਮਨ, ਤੂੰ ਇੰਨੀ ਚਿੰਤਾ ਵਿੱਚ ਕਿਉਂ ਆ? ਮੰਮੀ ਦੇ ਪੁੱਛਣ ਦੀ ਦੇਰ ਸੀ ਕਿ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਸਾਰੀ ਸੱਚਾਈ ਦੱਸੀ। ਮੰਮੀ ਮੈਨੂੰ ਜੱਫੀ ਪਾ ਕੇ ਕਹਿਣ ਲੱਗੀ, ਪੁੱਤਰ, ਹੁਣ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲੇ ਹੋ ਤਾਂ ਤੁਹਾਨੂੰ ਅਜਿਹੇ ਕਈ ਬਘਿਆੜਾਂ ਦਾ ਸਾਹਮਣਾ ਕਰਨਾ ਹੀ ਪਵੇਗਾ। ਅਜਿਹੇ ਬਹੁਤ ਸਾਰੇ ਜਾਨਵਰ ਤੁਹਾਡੇ ਰਾਹਾਂ ਵਿੱਚ ਆਉਣਗੇ, ਪਰ ਤੁਹਾਨੂੰ ਹਿੰਮਤ ਅਤੇ ਬੁੱਧੀ ਨਾਲ ਕੰਮ ਕਰਨਾ ਪਵੇਗਾ। ਉਸ ਤੋਂ ਬਾਅਦ ਮੰਮੀ ਨੇ ਕਾਫੀ ਦੇਰ ਤੱਕ ਮੈਨੂੰ ਸਮਝਾਇਆ ਤੇ ਹੁਣ ਮੈਂ ਕਾਫੀ ਉਤਸ਼ਾਹਿਤ ਸੀ। ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਮੈਂ ਬਹੁਤ ਆਰਾਮ ਮਹਿਸੂਸ ਕਰ ਰਹੀ ਸੀ। ਅਗਲੇ ਦਿਨ ਮੈਂ ਫਿਰ ਨਵੇਂ ਇਰਾਦੇ ਅਤੇ ਹਿੰਮਤ ਨਾਲ ਨਵੀਂ ਨੌਕਰੀ ਲੱਭਣ ਲਈ ਨਿਕਲ ਪਈ। ਮੇਰੀ ਕਿਸਮਤ ਚੰਗੀ ਸੀ ਕਿ ਮੈਨੂੰ ਜਲਦੀ ਹੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਮਿਲ ਗਈ। ਇਹ ਨੌਕਰੀ ਪਹਿਲਾਂ ਨਾਲੋਂ ਬਹੁਤ ਵਧੀਆ ਸੀ, ਤਨਖਾਹ ਜ਼ਿਆਦਾ ਸੀ ਤੇ ਘਰ ਤੋਂ ਲੈ ਜਾਣ ਤੇ ਛੱਡਣ ਦੀ ਸਹੂਲਤ ਵੀ ਸੀ। ਹੁਣ ਇਹ ਮੇਰੇ ਲਈ ਬਹੁਤ ਆਸਾਨ ਸੀ। ਮੈਂ ਇੱਥੇ 3 ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਇੱਥੋਂ ਦਾ ਮਾਹੌਲ ਬਹੁਤ ਵਧੀਆ ਸੀ। ਅੱਜ ਤੱਕ ਮੈਂ ਆਪਣੀ ਕੰਪਨੀ ਦੇ ਹੈੱਡ ਨੂੰ ਨਹੀਂ ਦੇਖਿਆ ਸੀ। ਹਾਲਾਂਕਿ ਦਫ਼ਤਰ ਵਿੱਚ ਉਸ ਦੇ ਬੇਟੇ ਦੀ ਵੀ ਕਾਫੀ ਚਰਚਾ ਸੀ। ਕਈਆਂ ਨੇ ਉਸ ਨੂੰ ਪਾਗਲ ਕਿਹਾ, ਕਿਸੇ ਨੇ ਉਸ ਨੂੰ ਸਾਈਕੋ ਕਿਹਾ, ਪਰ ਮੈਂ ਉਸ ਨੂੰ ਅੱਜ ਤੱਕ ਨਹੀਂ ਦੇਖਿਆ ਸੀ। ਸ਼ਾਇਦ ਉਹ ਦਫ਼ਤਰ ਨਹੀਂ ਆਇਆ ਸੀ। ਮੈਂ ਵੀ ਆਪਣੇ ਕੰਮ ਵਿੱਚ ਧਿਆਨ ਰੱਖਦੀ ਸੀ, ਪਰ ਫਿਰ ਉਹਨਾਂ ਦਿਨਾਂ ਵਿੱਚ ਬੌਸ ਨੇ ਮਹਿਲਾ ਵਰਕਰਾਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਅਤੇ ਉਹਨਾਂ ਨੇ ਇੱਕ ਅਜੀਬ ਐਲਾਨ ਕੀਤਾ। ਬੌਸ ਨੇ ਕਿਹਾ, ਜੋ ਵੀ ਕੁੜੀ ਮੇਰੇ ਮੁੰਡੇ ਨਾਲ ਵਿਆਹ ਕਰੇਗੀ, ਮੈਂ ਉਸ ਨਾਲ 24 ਘੰਟੇ ਬਿਤਾਏਗੀ। ਉਸ ਨੂੰ ਇੱਕ ਬਹੁਤ ਵੱਡੀ ਰਕਮ ਦਾ ਇਨਾਮ ਦਿੱਤਾ ਜਾਵੇਗਾ। ਮੈਨੂੰ ਆਪਣੀ ਬੌਸ ਦੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਪਤਾ ਨਹੀਂ ਉਸ ਦੇ ਮੁੰਡੇ ਨੂੰ ਕੀ ਸਮੱਸਿਆ ਸੀ। ਬੌਸ ਨੇ ਅਜਿਹਾ ਐਲਾਨ ਕੀਤਾ। ਇਹ ਗੱਲ ਵਾਰ-ਵਾਰ ਸੁਣਾਈ ਦੇ ਰਹੀ ਸੀ। ਕੋਈ ਵੀ ਕੁੜੀ ਬੌਸ ਦੇ ਮੁੰਡੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ, ਪਰ ਇਹ ਗੱਲ ਵਾਰ-ਵਾਰ ਸੁਣ ਕੇ ਮੇਰੇ ਦਿਲ ਵਿੱਚ ਖਿਆਲ ਆ ਰਿਹਾ ਸੀ ਕਿ ਜੇ ਇੰਨੇ ਪੈਸੇ ਮਿਲਣਗੇ ਤਾਂ ਮੈਂ ਹੀ ਬੌਸ ਦੇ ਮੁੰਡੇ ਨਾਲ ਵਿਆਹ ਕਿਉਂ ਨਾ ਕਰਾ ਲਵਾਂ। ਮੈਂ ਆਪਣੇ ਬੌਸ ਦੇ ਬੇਟੇ ਨਾਲ ਜੋ ਵੀ ਰਿਸ਼ਤਾ ਬਣਾਵਾਂਗੀ ਉਹ ਜਾਇਜ਼ ਅਤੇ ਕਾਨੂੰਨੀ ਰਿਸ਼ਤਾ ਹੋਵੇਗਾ ਤੇ ਮੈਂ ਕੁਝ ਵੀ ਗੈਰ ਕਾਨੂੰਨੀ ਨਹੀਂ ਕਰ ਰਹੀ। ਇਹ ਠੀਕ ਆ, 24 ਘੰਟੇ ਲਈ ਉਹ ਮੇਰਾ ਪਤੀ ਹੋਵੇਗਾ ਤੇ ਮੇਰਾ ਪਤੀ ਹੋਣ ਦੇ ਨਾਤੇ ਉਸ ਦਾ ਮੇਰੇ ਸਰੀਰ 'ਤੇ ਪੂਰਾ ਅਧਿਕਾਰ ਹੋਵੇਗਾ। ਇਸ ਵਿੱਚ ਕੁਝ ਵੀ ਗਲਤ ਨਹੀਂ ਆ। ਮੈਂ 24 ਘੰਟਿਆਂ ਬਾਅਦ ਉਸ ਨੂੰ ਤਲਾਕ ਦੇ ਦੇਵਾਂਗੀ, ਪਰ ਮੈਨੂੰ ਮਿਲਣ ਵਾਲੀ ਵੱਡੀ ਰਕਮ ਨਾਲ ਮੇਰੇ ਘਰ ਦੀ ਹਾਲਤ ਸੁਧਰ ਜਾਵੇਗੀ। ਮੈਂ ਆਪਣੇ ਪਿਤਾ ਦਾ ਇਲਾਜ ਕਰਾ ਸਕਦੀ ਹਾਂ ਤੇ ਫਿਰ ਵਿਆਹ ਕਿਹੜਾ, ਸਾਰੀ ਉਮਰ ਚੱਲਦਾ। ਇਹ ਸਿਰਫ ਇੱਕ ਸੌਦਾ। ਮੇਰਾ ਦਿਲ ਵਾਰ-ਵਾਰ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਿਲ ਤੇ ਦਿਮਾਗ ਦੀ ਜੰਗ ਚੱਲ ਰਹੀ ਸੀ ਤੇ ਫਿਰ ਦਿਲ ਜਿੱਤ ਗਿਆ। ਮੈਂ ਇਸ ਅੱਗ ਵਿੱਚ ਛਾਲ ਮਾਰਨ ਦਾ ਫੈਸਲਾ ਕਰਦੇ ਹੋਏ ਬੌਸ ਨੂੰ ਹਾਂ ਕਿਹਾ। ਮੇਰੀ ਗੱਲ ਸੁਣ ਕੇ ਮੇਰਾ ਬੌਸ ਬਹੁਤ ਖੁਸ਼ ਹੋਇਆ ਤੇ ਤੁਰੰਤ ਪੰਡਿਤ ਜੀ ਨੂੰ ਬੁਲਾਇਆ ਤੇ ਸ਼ੁਭ ਮਹੂਰਤ ਕਢਵਾ ਲਿਆ। ਘਰ ਆ ਕੇ ਮੈਂ ਮਾਂ ਨਾਲ ਗੱਲ ਕੀਤੀ। ਮੇਰੀ ਮਾਂ ਸੁਣ ਕੇ ਮੇਰੀ ਮਾਂ ਹੈਰਾਨੀ ਨਾਲ ਮੇਰੇ ਵੱਲ ਦੇਖਦੀ ਰਹੀ। ਕੁਝ ਦੇਰ ਉਹ ਕੁਝ ਨਾ ਕਹਿ ਸਕੀ। ਉਹ ਮੇਰੇ ਨਾਲ ਬਹੁਤ ਗੁੱਸੇ ਸੀ। ਮੇਰੇ ਪਿਤਾ ਜੀ ਵੀ ਗੁੱਸੇ ਸੀ। ਦੋਵਾਂ ਨੇ ਮੈਨੂੰ ਇਹ ਕੰਮ ਕਰਨ ਤੋਂ ਵਰਜਿਆ, ਪਰ ਮੈਂ ਪੱਕਾ ਇਰਾਦਾ ਕਰ ਲਿਆ ਸੀ ਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਨੂੰ ਇਸ ਪੈਸੇ ਦਾ ਲਾਲਚ ਸੀ ਜਿਸ ਨਾਲ ਮੈਂ ਆਪਣੇ ਪਿਤਾ ਦਾ ਇਲਾਜ ਕਰਵਾ ਸਕਦੀ ਸੀ। ਜੇ ਮੇਰੇ ਪਿਤਾ ਜੀ ਨੂੰ ਕੁਝ ਹੋ ਗਿਆ ਹੁੰਦਾ ਤੇ ਮੈਂ ਸਾਰੀ ਉਮਰ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਦੀ ਸੀ।
ਰੱਬ ਨੇ ਮੈਨੂੰ ਇੰਨਾ ਵੱਡਾ ਮੌਕਾ ਦਿੱਤਾ ਸੀ, ਫਿਰ ਵੀ ਮੈਂ ਇਹ ਮੌਕਾ ਕਿਵੇਂ ਗਵਾ ਦਿੰਦੀ ਅਤੇ ਮੇਰੀ ਇੱਕ ਛੋਟੀ ਜਿਹੀ ਗਲਤੀ ਕਾਰਨ ਮੇਰੇ ਪਿਤਾ ਦਾ ਇਲਾਜ ਨਾ ਹੋ ਸਕਿਆ ਅਤੇ ਫਿਰ ਉਹ ਇਸ ਸੰਸਾਰ ਤੋਂ ਚਲੇ ਗਏ। ਇਹ ਸੋਚ ਕੇ ਮੈਂ ਆਪਣਾ ਇਰਾਦਾ ਪੱਕਾ ਕਰ ਲਿਆ। ਮੈਂ ਮੰਮੀ ਡੈਡੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਤਰ੍ਹਾਂ ਸਮਝ ਨਹੀਂ ਰਹੇ ਸੀ। ਇਸ ਦੀ ਬਜਾਏ ਉਹ ਮੈਨੂੰ ਸਮਝਾਉਣ ਲਈ ਬੈਠ ਗਏ, ਪਰ ਹੁਣ ਮੈਂ ਸਮਝਣ ਅਤੇ ਸਮਝਾਉਣ ਦੀ ਹੱਦ ਲੰਘ ਚੁੱਕੀ ਸੀ। ਇਸ ਲਈ ਮੈਂ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਫਿਰ ਮੇਰੇ ਵਿਆਹ ਦਾ ਦਿਨ ਆ ਗਿਆ। ਅਸੀਂ ਇੱਕ ਛੋਟੇ ਜਿਹੇ ਸਮਾਗਮ ਵਿੱਚ ਵਿਆਹ ਕਰਵਾ ਲਿਆ। ਮੈਂ ਅਜੇ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ, ਪਰ ਮੈਂ ਉਸ ਦਾ ਨਾਂ ਸੁਣ ਕੇ ਜ਼ਰੂਰ ਹੈਰਾਨ ਹੋ ਗਈ। ਪਰ ਇਸ ਨਾਂ ਵਾਲੇ ਬਹੁਤ ਸਾਰੇ ਲੋਕ ਹਨ ਅਤੇ ਫਿਰ ਇਹ ਦੀਪ ਮੇਰੇ ਵਾਲਾ ਦੀਪ ਨਹੀਂ ਹੋ ਸਕਦਾ ਜਿਸ ਨੂੰ ਮੈਂ ਪਿਆਰ ਕਰਦੀ ਸੀ, ਅਤੇ ਉਹ ਪਾਗਲ ਤਾਂ ਬਿਲਕੁਲ ਵੀ ਨਹੀਂ ਸੀ ਅਤੇ ਲੋਕ ਇਸ ਦੀਪ ਨੂੰ ਪਾਗਲ ਅਤੇ ਸਾਈਕੋ ਕਹਿੰਦੇ ਹਨ। ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਆ ਗਈ ਅਤੇ ਫਿਰ ਕਮਰੇ ਵਿੱਚ ਮੈਂ ਜਿਸ ਨੂੰ ਦੇਖਿਆ ਉਸ ਨੂੰ ਦੇਖ ਕੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਮੇਰੇ ਸਾਹਮਣੇ ਜੋ ਬੈਠਾ ਸੀ ਉਹ ਮੇਰਾ ਆਪਣਾ ਦੀਪ ਸੀ, ਜਿਸ ਨੂੰ ਮੈਂ ਦਿਲੋਂ ਪਿਆਰ ਕਰਦੀ ਸੀ। ਮੇਰੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸੀ। ਇਹ ਖੁਸ਼ੀ ਦੇ ਹੰਝੂ ਸਨ, ਇਹ ਮੇਰੀ ਬੇਵਸੀ ਦੇ ਹੰਝੂ ਸਨ। ਮੈਂ ਕੁਝ ਕਹਿ ਨਹੀਂ ਸਕੀ। ਦੀਪ ਵੀ ਮੇਰੇ ਵੱਲ ਵੇਖ ਰਿਹਾ ਸੀ। ਮੈਂ ਉਸ ਨੂੰ ਆਪਣੀ ਸਾਰੀ ਕਹਾਣੀ ਦੱਸ ਦਿੱਤੀ। ਉਹ ਮੇਰੇ ਵੱਲ ਬਹੁਤ ਧਿਆਨ ਨਾਲ ਅਤੇ ਪਿਆਰ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਆਪਣਾ ਸਿਰ ਝੁਕਾਇਆ ਅਤੇ ਮੈਂ ਉਸ ਨੂੰ ਪੁੱਛਿਆ, ਕੀ ਹੋਇਆ? ਲੋਕ ਤੁਹਾਨੂੰ ਸਾਈਕੋ ਅਤੇ ਪਾਗਲ ਕਿਉਂ ਕਹਿੰਦੇ ਹਨ? ਤੁਸੀਂ ਸਾਈਕੋ ਅਤੇ ਪਾਗਲ ਕਿਉਂ ਹੋ ਗਏ? ਇਹ ਗੱਲਾਂ ਤੁਹਾਡੇ ਬਾਰੇ ਕਿਉਂ ਮਸ਼ਹੂਰ ਹਨ? ਮੇਰੀ ਗੱਲ ਸੁਣ ਕੇ ਦੀਪ ਨੇ ਡੂੰਘਾ ਸਾਹ ਲੈਂਦਿਆਂ ਕਿਹਾ, ਜਦੋਂ ਮੈਂ ਕਾਲਜ ਵਿੱਚ ਦਾਖਲਾ ਲੈ ਕੇ ਗਿਆ ਸੀ ਤਾਂ ਉੱਥੇ ਮੇਰੀ ਪਹਿਲੀ ਨਜ਼ਰ ਤੇਰੇ 'ਤੇ ਪਈ ਸੀ। ਤੂੰ ਬੈਂਚ 'ਤੇ ਬੈਠ ਕੇ ਕੁਝ ਨੋਟ ਬਣਾ ਰਹੀ ਸੀ। ਬਹੁਤ ਸਾਰੀਆਂ ਮਾਡਰਨ ਕੁੜੀਆਂ ਵਿੱਚੋਂ ਜਿਨ੍ਹਾਂ ਨੇ ਮੇਕਅਪ ਕਰਕੇ ਆਪਣੇ ਆਪ ਨੂੰ ਕੇਕ ਪੇਸਟਰੀਆਂ ਵਰਗਾ ਬਣਾਇਆ ਹੋਇਆ ਸੀ, ਤੁਸੀਂ ਉਹਨਾਂ ਨਾਲੋਂ ਬਿਲਕੁਲ ਵੱਖਰੀ ਅਤੇ ਸਧਾਰਨ ਲੱਗ ਰਹੀ ਸੀ। ਤੁਹਾਡਾ ਚਿਹਰਾ ਹਰ ਤਰ੍ਹਾਂ ਦੇ ਮੇਕਅਪ ਤੋਂ ਸਾਫ਼ ਸੀ ਅਤੇ ਉਹੀ ਸਾਦਗੀ ਮੇਰੇ ਦਿਲ 'ਚ ਵੱਸ ਗਈ। ਮੈਨੂੰ ਤੇਰੀ ਸਾਦਗੀ ਨਾਲ ਪਿਆਰ ਹੋ ਗਿਆ। ਉਸ ਸਮੇਂ ਤੂੰ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ ਵਿੱਚ ਤੂੰ ਮਾਸੂਮ ਜਿਹੀ ਗੁੱਡੀ ਲੱਗ ਰਹੀ ਸੀ। ਮੈਂ ਕੁਝ ਦੇਰ ਤੱਕ ਤੈਨੂੰ ਦੇਖਦਾ ਰਿਹਾ। ਇੰਜ ਜਾਪਦਾ ਸੀ ਜਿਵੇਂ ਕਿਸੇ ਹੋਰ ਥਾਂ ਤੋਂ ਕੋਈ ਫਰਿਸ਼ਤਾ ਮੇਰੇ ਸਾਹਮਣੇ ਆ ਕੇ ਬੈਠਾ ਹੋਵੇ। ਤੈਥੋਂ ਪਹਿਲਾਂ ਵੀ ਕਈ ਕੁੜੀਆਂ ਮੇਰੀ ਜ਼ਿੰਦਗੀ ਵਿੱਚ ਆਈਆਂ, ਪਰ ਮੇਰਾ ਦਿਲ ਕਿਸੇ ਵੀ ਕੁੜੀ ਨਾਲ ਨਹੀਂ ਮਿਲਿਆ, ਕਿਉਂਕਿ ਉਹ ਕੁੜੀਆਂ ਟਾਈਮ ਪਾਸ ਕਰਨ ਲਈ ਮੇਰੇ ਕੋਲ ਆਉਂਦੀਆਂ ਸਨ। ਪਰ ਤੈਨੂੰ ਦੇਖ ਕੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਅਤੇ ਮੈਂ ਉੱਥੇ ਖੜ ਕੇ ਫੈਸਲਾ ਕਰ ਲਿਆ ਸੀ ਕਿ ਮੈਂ ਸਿਰਫ ਤੈਨੂੰ ਹੀ ਆਪਣਾ ਜੀਵਨ ਸਾਥੀ ਬਣਾਵਾਂਗਾ। ਇਸ ਲਈ ਮੈਂ ਤੁਹਾਡੇ ਨਾਲ ਗੱਲ ਕਰਨਾ ਸ਼ੁਰੂ ਕਰ ਦਿੱਤਾ। ਉਨੀ ਦਿਨੀ ਮੇਰੇ ਪਿਤਾ ਜੀ ਨੇ ਮੇਰੇ 'ਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਦਰਅਸਲ ਪਿਤਾ ਜੀ ਨੇ ਮੈਨੂੰ ਹੋਸਟਲ ਤੋਂ ਘਰ ਬੁਲਾਇਆ ਸੀ। ਮੈਂ ਤੁਹਾਡੇ ਬਾਰੇ ਪਾਪਾ ਨਾਲ ਗੱਲ ਕੀਤੀ ਸੀ ਕਿ ਮੈਨੂੰ ਆਪਣੇ ਕਾਲਜ ਦੀ ਇੱਕ ਕੁੜੀ ਨਾਲ ਪਿਆਰ ਹੈ ਅਤੇ ਮੈਂ ਉਸ ਤੋਂ ਬਿਨਾਂ ਰਹਿਣ ਬਾਰੇ ਸੋਚ ਵੀ ਨਹੀਂ ਸਕਦਾ, ਪਰ ਸਾਡੇ ਵਿਚਕਾਰ ਖੜੀ ਪੈਸੇ ਦੀ ਕੰਧ ਨੇ ਸਾਡੇ ਪਿਆਰ ਨੂੰ ਪੂਰਾ ਨਹੀਂ ਹੋਣ ਦਿੱਤਾ। ਜਦੋਂ ਪਾਪਾ ਨੇ ਮੈਨੂੰ ਤੁਹਾਡੇ ਬਾਰੇ ਪੁੱਛਿਆ ਤਾਂ ਮੈਂ ਉਹਨਾਂ ਨੂੰ ਸੱਚ ਦੱਸਿਆ ਕਿ ਤੁਸੀਂ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੋ। ਤੁਹਾਡੇ ਪਿਤਾ ਸਬਜ਼ੀ ਦੀ ਦੁਕਾਨ ਚਲਾਉਂਦੇ ਹਨ। ਇਹ ਸੁਣ ਕੇ ਪਾਪਾ ਗੁੱਸੇ 'ਚ ਆ ਗਏ। ਪਾਪਾ ਨੇ ਮੈਨੂੰ ਸਾਫ਼ ਇਨਕਾਰ ਕਰ ਦਿੱਤਾ। ਪਾਪਾ ਨੇ ਤੁਹਾਨੂੰ ਮਿਲਣ ਦੀ ਹਿੰਮਤ ਵੀ ਨਹੀਂ ਕੀਤੀ। ਉਹਨਾਂ ਨੂੰ ਤੁਹਾਡੀ ਕਾਬਲੀਅਤ, ਤੁਹਾਡੀ ਸੁੰਦਰਤਾ ਤੇ ਸਾਦਗੀ ਨਾਲ ਕੋਈ ਮਤਲਬ ਨਹੀਂ ਸੀ। ਉਹ ਮੈਨੂੰ ਆਪਣੇ ਵਰਗੇ ਕਾਰੋਬਾਰੀ ਵਰਗ ਦੇ ਪਰਿਵਾਰ ਨਾਲ ਵਿਆਹਣਾ ਚਾਹੁੰਦੇ ਸੀ ਤਾਂ ਜੋ ਉਹ ਆਪਣਾ ਕਾਰੋਬਾਰ ਵਧਾ ਸਕਣ। ਮੈਂ ਇਸ ਬਾਰੇ ਉਹਨਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਸੀ, ਪਰ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਅਤੇ ਇੱਕ ਥਾਂ 'ਤੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਇਸੇ ਕਰਕੇ ਮੈਂ ਆਖਰੀ ਦਿਨ ਕਾਲਜ ਨਹੀਂ ਆ ਸਕਿਆ। ਮੈਨੂੰ ਪਤਾ ਸੀ ਕਿ ਤੁਸੀਂ ਵੀ ਮੈਨੂੰ ਪਸੰਦ ਕਰਦੇ ਹੋ। ਮੈਂ ਤੇਰੀਆਂ ਅੱਖਾਂ ਵਿੱਚ ਆਪਣੇ ਲਈ ਪਿਆਰ ਦੇਖਿਆ ਸੀ। ਮੈਂ ਆਖਰੀ ਦਿਨ ਤੇਰੀ ਉਮੀਦ ਨਹੀਂ ਤੋੜਨਾ ਚਾਹੁੰਦਾ ਸੀ। ਮੈਂ ਆਪਣੇ ਪਿਤਾ ਦੇ ਕਾਰਨ ਬੇਵੱਸ ਸੀ। ਪਾਪਾ ਨੇ ਆਪਣੀ ਸਹੁੰ ਖਵਾ ਕੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਸੀ ਅਤੇ ਮੈਂ ਆਖਰੀ ਦਿਨ ਕਾਲਜ ਜਾ ਕੇ ਤੁਹਾਡੀਆਂ ਉਮੀਦਾਂ ਕਿਵੇਂ ਤੋੜ ਸਕਦਾ ਸੀ? ਮੈਂ ਕਿਸ ਮੂੰਹ ਆਖਦਾ ਕਿ ਮੇਰਾ ਰਿਸ਼ਤਾ ਤੈਅ ਹੋ ਗਿਆ? ਮੈਂ ਤੁਹਾਡੀਆਂ ਅੱਖਾਂ ਵਿੱਚ ਹੰਝੂ ਬਰਦਾਸ਼ਤ ਨਹੀਂ ਕਰ ਸਕਦਾ ਸੀ। ਇਸੇ ਕਰਕੇ ਮੈਂ ਜਾਣ-ਬੁੱਝ ਕੇ ਆਖਰੀ ਦਿਨ ਕਾਲਜ ਨਹੀਂ ਆਇਆ। ਮੇਰੀ ਮੰਗਣੀ ਬੜੀ ਧੂਮ-ਧਾਮ ਨਾਲ ਹੋਈ। ਮੈਂ ਆਪਣੇ ਪਿਤਾ ਦੀ ਇੱਛਾ ਅੱਗੇ ਸਿਰ ਝੁਕਾ ਲਿਆ ਸੀ, ਪਰ ਉਸ ਤੋਂ ਬਾਅਦ ਮੈਂ ਚੁੱਪ ਰਹਿਣ ਲੱਗ ਪਿਆ। ਮੇਰੀ ਮੰਗੇਤਰ ਅਕਸਰ ਮੈਨੂੰ ਬਾਹਰ ਲਿਜਾਣ ਲਈ ਕਹਿੰਦੀ, ਮੈਨੂੰ ਮਹਿੰਗੇ ਤੋਹਫੇ ਦਿੰਦੀ। ਉਹ ਮੇਰੇ ਨਾਲ ਸਮਾਂ ਬਿਤਾਉਣਾ ਚਾਹੁੰਦੀ ਸੀ, ਪਰ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਬਾਰ-ਬਾਰ ਤੇਰੇ ਬਾਰੇ ਸੋਚਦਾ ਸੀ। ਫਿਰ ਇੱਕ ਦਿਨ ਮੈਂ ਕਾਲਜ ਵਿਭਾਗ ਤੋਂ ਤੁਹਾਡੇ ਘਰ ਦਾ ਪਤਾ ਲੈ ਲਿਆ ਅਤੇ ਫਿਰ ਤੁਹਾਡੇ ਘਰ ਵੀ ਗਿਆ, ਪਰ ਉੱਥੇ ਮੈਨੂੰ ਪਤਾ ਲੱਗਾ ਕਿ ਤੁਸੀਂ ਲੋਕ ਘਰ ਛੱਡ ਗਏ ਹੋ। ਮੈਂ ਬਹੁਤ ਨਿਰਾਸ਼ ਸੀ। ਹੁਣ ਇੰਨੇ ਵੱਡੇ ਸ਼ਹਿਰ ਵਿੱਚ ਮੈਂ ਤੁਹਾਨੂੰ ਕਿੱਥੇ ਲੱਭਦਾ? ਉਸ ਤੋਂ ਬਾਅਦ ਮੈਂ ਆਪਣੇ ਆਪ ਤੋਂ ਬੋਰ ਹੋ ਗਿਆ। ਉਨੀ ਦਿਨੀ ਮੇਰੀ ਮੰਗੇਤਰ ਨਾਲ ਲੜਾਈ ਹੋ ਗਈ ਸੀ।
ਉਹ ਬਹੁਤ ਖੁੱਲ੍ਹੇ ਦਿਲ ਵਾਲੀ ਕੁੜੀ ਸੀ। ਇੱਕ ਵਾਰ ਅਸੀਂ ਸਾਰੇ ਇੱਕ ਹੋਟਲ ਵਿੱਚ ਸੀ ਤੇ ਪਾਰਟੀ ਚੱਲ ਰਹੀ ਸੀ। ਮੈਨੂੰ ਹੋਟਲ ਦੇ ਕਮਰੇ ਵਿੱਚ ਲੈ ਗਈ ਤੇ ਮੇਰੇ ਨਾਲ ਉਸਨੇ ਕਿਹਾ ਕਿ ਦੀਪ, ਇਹ ਵਿਆਹ ਤੋਂ ਬਾਅਦ ਵੀ ਹੋਣਾ ਹੀ ਆ। ਜੇ ਇਹ ਪਹਿਲਾਂ ਹੁੰਦਾ ਏ ਤਾਂ ਕੀ ਗਲਤ ਆ? ਮੈਂ ਤੇਰੇ ਬਿਨਾਂ ਹੋਰ ਨਹੀਂ ਰਹਿ ਸਕਦੀ। ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲੱਗੀ। ਮੈਂ ਉਸਨੂੰ ਧੱਕਾ ਦੇ ਕੇ ਬੈੱਡ 'ਤੇ ਸੁੱਟ ਦਿੱਤਾ ਤੇ ਮੈਂ ਘਰ ਆ ਗਿਆ। ਉਸਨੂੰ ਮੇਰਾ ਇਸ ਤਰ੍ਹਾਂ ਛੱਡ ਕੇ ਜਾਣਾ ਬੁਰਾ ਲੱਗਾ ਅਤੇ ਉਸਨੇ ਆਪਣੇ ਪਿਤਾ ਨੂੰ ਮੇਰੀ ਸ਼ਿਕਾਇਤ ਕਰ ਦਿੱਤੀ। ਇਸ ਤੋਂ ਬਾਅਦ ਉਸਦੇ ਪਿਤਾ ਨੇ ਮੇਰੇ ਪਿਤਾ ਨਾਲ ਗੱਲ ਕੀਤੀ ਤਾਂ ਘਰ ਵਿੱਚ ਹੜਕੰਬ ਮੱਚ ਗਿਆ। ਪਾਪਾ ਨੇ ਪਹਿਲਾਂ ਤਾਂ ਮੈਨੂੰ ਬੁਰਾ ਭਲਾ ਬੋਲਿਆ ਤੇ ਫਿਰ ਪਾਪਾ ਨੇ ਮੈਨੂੰ ਸਾਫ਼-ਸਾਫ਼ ਕਿਹਾ ਕਿ ਇਹ ਸੱਚ ਆ ਕਿ ਮੈਨੂੰ ਆਪਣੀ ਮੰਗੇਤਰ ਤੋਂ ਮਾफ़ੀ ਮੰਗਣੀ ਪਵੇਗੀ ਅਤੇ ਆਪਣਾ ਵਿਵਹਾਰ ਸੁਧਾਰਨਾ ਪਵੇਗਾ, ਨਹੀਂ ਤਾਂ ਉਸਦੇ ਕਾਰੋਬਾਰ ਨੂੰ ਸਾਨੂੰ ਵੱਡਾ ਨੁਕਸਾਨ ਹੋ ਸਕਦਾ। ਪਰ ਮੇਰਾ ਅਜਿਹਾ ਕੋਈ ਇਰਾਦਾ ਨਹੀਂ ਸੀ। ਨਾ ਤਾਂ ਮੈਂ ਉਸ ਕੁੜੀ ਤੋਂ ਮਾफ़ੀ ਮੰਗਣਾ ਚਾਹੁੰਦਾ ਸੀ ਤੇ ਨਾ ਹੀ ਮੈਂ ਆਪਣਾ ਰਿਸ਼ਤਾ ਸੁਧਾਰਨਾ ਚਾਹੁੰਦਾ ਸੀ। ਨਤੀਜੇ ਵਜੋਂ ਸਾਡੀ ਮੰਗਣੀ ਟੁੱਟ ਗਈ। ਪਾਪਾ ਮੇਰੇ ਨਾਲ ਬਹੁਤ ਗੁੱਸਾ ਹੋ ਗਏ। ਫਿਰ ਪਾਪਾ ਨੇ ਕਿਸੇ ਹੋਰ ਥਾਂ 'ਤੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਮੈਨੂੰ ਉਸ ਕੁੜੀ ਨਾਲ ਮਿਲਣ ਜੁਲਣ ਲਈ ਬਹੁਤ ਕੁਝ ਸਮਾਂ ਦਿੱਤਾ। ਪਾਪਾ ਚਾਹੁੰਦੇ ਸਨ ਕਿ ਅਸੀਂ ਇੱਕ ਦੂਜੇ ਨੂੰ ਸਮਝ ਗਏ ਅਤੇ ਫਿਰ ਜਲਦੀ ਵਿਆਹ ਕਰ ਲੱਗੇ, ਪਰ ਮੇਰਾ ਦਿਲ ਕਿਤੇ ਨਹੀਂ ਲੱਗਦਾ ਸੀ। ਪਾਪਾ ਮੈਨੂੰ ਬਹੁਤ ਝਿੜਕਦੇ ਸਨ। ਕਈ ਵਾਰ ਸਮਝਾਉਣ ਤੋਂ ਬਾਅਦ ਪਿਤਾ ਜੀ ਮੇਰੀ ਚਿੰਤਾ ਕਰਨ ਲੱਗ ਪਏ। ਹੁਣ ਉਹ ਮੈਨੂੰ ਵੀ ਸਮਾਂ ਦੇਣ ਲੱਗੇ ਕਿਉਂਕਿ ਹੁਣ ਮੈਂ ਪੂਰੀ ਤਰ੍ਹਾਂ ਬਦਲ ਗਿਆ ਸੀ। ਮੈਂ ਹੱਸਣਾ ਤਾਂ ਪੂਰੀ ਤਰ੍ਹਾਂ ਭੁੱਲ ਗਿਆ ਸੀ। ਦੋਸਤਾਂ ਨਾਲ ਪਾਰਟੀ ਕਰਨਾ ਵੀ ਭੁੱਲ ਗਿਆ ਸੀ। ਹੌਲੀ-ਹੌਲੀ ਮੇਰੀ ਦੂਜੀ ਮੰਗਣੀ ਵੀ ਟੁੱਟ ਗਈ। ਮੈਂ ਆਪਣੇ ਪਿਤਾ ਨੂੰ ਸਾਫ਼-ਸਾਫ਼ ਕਿਹਾ ਕਿ ਮੇਰੇ ਲਈ ਕੋਈ ਰਿਸ਼ਤਾ ਨਾ ਵੇਖਣ। ਮੈਂ ਫਿਲਹਾਲ ਵਿਆਹ ਨਹੀਂ ਕਰਨਾ ਚਾਹੁੰਦਾ। ਮੈਨੂੰ ਕੁਝ ਸਮਾਂ ਦਿਓ। ਪਾਪਾ ਮੇਰੀ ਹਾਲਤ ਦੇਖ ਕੇ ਫਿਕਰਮੰਦ ਹੋਣ ਲੱਗੇ। ਮੈਂ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਸੀ। ਪਾਪਾ ਆਪਣੇ ਇਕਲੌਤੇ ਪੁੱਤਰ ਨੂੰ ਇਸ ਤਰ੍ਹਾਂ ਦੁਨੀਆ ਤੋਂ ਅਲੱਗ ਅਤੇ ਬੇਵਸ ਹੁੰਦੇ ਨਹੀਂ ਦੇਖ ਸਕਦੇ ਸੀ। ਉਸ ਨੂੰ ਮੇਰੀ ਸਿਹਤ ਦੀ ਚਿੰਤਾ ਹੋਣ ਲੱਗੀ ਕਿਉਂਕਿ ਮੈਂ ਉਹਨਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਆਪਣੇ ਇਕਲੌਤੇ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦੇ ਸੀ। ਹੁਣ ਮੈਂ ਰਾਤ ਨੂੰ ਚੀਕਾਂ ਮਾਰਦੇ ਜਾਗਦਾ ਸੀ। ਲੋਕ ਮੈਨੂੰ ਪਾਗਲ ਤੇ ਸਾਈਕੋ ਕਹਿਣ ਲੱਗੇ। ਪਾਪਾ ਮੇਰੀ ਹਾਲਤ ਦੇਖ ਕੇ ਬਹੁਤ ਚਿੰਤਤ ਸਨ। ਮੈਨੂੰ ਹੌਸਲਾ ਦੇਣ ਲਈ ਉਹ ਅਕਸਰ ਮੇਰੇ ਦੋਸਤਾਂ ਨੂੰ ਮੇਰੇ ਘਰ ਬੁਲਾਉਂਦੇ ਤਾਂ ਜੋ ਮੈਂ ਖੁਸ਼ ਹੋ ਸਕਾਂ, ਪਰ ਮੈਨੂੰ ਕੁਝ ਸਮੇਂ ਲਈ ਰਾਹਤ ਮਿਲਦੀ ਸੀ ਤੇ ਫਿਰ ਮੇਰੀ ਹਾਲਤ ਉਹੀ ਹੋ ਜਾਂਦੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੇ ਹਾਰ ਮੰਨ ਲਈ ਤੇ ਮੈਨੂੰ ਉਸ ਕੁੜੀ ਨੂੰ ਲੱਭਣ ਲਈ ਕਿਹਾ। ਜੇਕਰ ਤੁਸੀਂ 1 ਮਹੀਨੇ ਦੇ ਅੰਦਰ ਉਸ ਨੂੰ ਲੱਭਣ ਵਿੱਚ ਕਾਮਯਾਬ ਹੋ ਗਿਆ ਤਾਂ ਮੈਂ ਤੇਰਾ ਵਿਆਹ ਉਸ ਨਾਲ ਕਰ ਦੇਵਾਂਗਾ, ਨਹੀਂ ਤਾਂ ਤੁਹਾਨੂੰ ਉਸ ਕੁੜੀ ਨਾਲ ਵਿਆਹ ਕਰਨਾ ਪਵੇਗਾ ਜਿਸ ਨਾਲ ਮੈਂ ਤੁਹਾਨੂੰ ਕਹਾਂਗਾ। ਮੈਂ ਪਿਤਾ ਜੀ ਦੀ ਸ਼ਰਤ ਮੰਨ ਲਈ। ਮੈਂ ਤੁਹਾਨੂੰ ਬਹੁਤ ਲੱਭਿਆ, ਤੁਹਾਡੇ ਇਲਾਕੇ ਵਿੱਚ ਗਿਆ ਤੇ ਉੱਥੇ ਤੁਹਾਡਾ ਨਵਾਂ ਪਤਾ ਲੈ ਲਿਆ, ਪਰ ਉਹਨਾਂ ਨੇ ਜੋ ਪਤਾ ਦਿੱਤਾ ਉਹ ਗਲਤ ਨਿਕਲਿਆ। ਤੇਰੇ ਪਾਪਾ ਬਾਰੇ ਤਾਂ ਮੈਨੂੰ ਕੁਝ ਪਤਾ ਹੀ ਨਹੀਂ ਸੀ। ਫਿਰ ਮਹੀਨਾ ਕਿਵੇਂ ਲੰਘ ਗਿਆ ਮੈਨੂੰ ਕੁਝ ਪਤਾ ਹੀ ਨਾ ਲੱਗਾ। ਮੇਰੇ ਕੋਲ ਤਾਂ ਨਾ ਤੇਰੀ ਕੋਈ ਤਸਵੀਰ ਸੀ ਤੇ ਨਾ ਹੀ ਕਿਸੇ ਨਾਲ ਤੇਰੀ ਦੋਸਤੀ ਸੀ ਜਿਸ ਤੋਂ ਮੈਂ ਤੇਰੇ ਬਾਰੇ ਪੁੱਛ ਸਕਦਾ। ਮਹੀਨਾ ਖਤਮ ਹੁੰਦੇ ਹੀ ਪਾਪਾ ਨੇ ਮੈਨੂੰ ਤੇਰੇ ਬਾਰੇ ਪੁੱਛਿਆ ਤਾਂ ਮੈਂ ਹਾਰੇ ਹੋਏ ਲਹਿਜੇ ਵਿੱਚ ਪਾਪਾ ਨੂੰ ਕਿਹਾ ਕਿ ਮੈਂ ਕਿਸੇ ਵੀ ਕੁੜੀ ਨਾਲ ਵਿਆਹ ਕਰਨ ਲਈ ਤਿਆਰ ਹਾਂ। ਪਾਪਾ ਬਹੁਤ ਖੁਸ਼ ਸਨ ਅਤੇ ਫਿਰ ਅਗਲੇ ਹੀ ਦਿਨ ਉਹਨਾਂ ਨੇ ਕਿਹਾ ਕਿ ਮੇਰੀ ਨਜ਼ਰ ਵਿੱਚ ਇੱਕ ਕੁੜੀ ਆ ਜਿਸ ਨਾਲ ਤੇਰਾ ਵਿਆਹ ਤੈਅ ਹੋ ਗਿਆ। ਮੈਂ ਪਿਤਾ ਜੀ ਨੂੰ ਕੁਝ ਨਹੀਂ ਪੁੱਛਿਆ, ਕੁੜੀ ਕੌਣ ਆ, ਕਿਵੇਂ ਦੀ ਆ। ਹੁਣ ਮੇਰੇ ਅੰਦਰ ਜ਼ਿੰਦਗੀ ਜਿਉਣ ਦਾ ਕੋਈ ਉਤਸ਼ਾਹ ਨਹੀਂ ਸੀ ਬਚਿਆ। ਜਦੋਂ ਵਿਆਹ ਹੋਇਆ ਤਾਂ ਪਿਤਾ ਜੀ ਨੇ ਤੇਰਾ ਨਾਮ ਲਿਆ ਤੇ ਕਿਹਾ, ਅਮਨ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਆ, ਉਹ ਬਹੁਤ ਚੰਗੀ ਕੁੜੀ ਆ, ਤੈਨੂੰ ਜ਼ਰੂਰ ਪਸੰਦ ਆਵੇਗੀ। ਮੇਰੀ ਪਸੰਦ 'ਤੇ ਭਰੋਸਾ ਕਰ। ਮੈਂ ਤੁਹਾਡਾ ਨਾਮ ਸੁਣ ਕੇ ਹੈਰਾਨ ਰਹਿ ਗਿਆ ਸੀ, ਪਰ ਮੈਂ ਸੋਚਿਆ ਕਿ ਅਮਨ ਨਾਂ ਦੀ ਇੱਕ ਹੀ ਕੁੜੀ ਤਾਂ ਨਹੀਂ ਹੋ ਸਕਦੀ। ਪਰ ਅੱਜ ਮੈਂ ਤੁਹਾਨੂੰ ਆਪਣੇ ਕਮਰੇ ਵਿੱਚ ਦੇਖ ਕੇ ਹੈਰਾਨ ਹਾਂ। ਸ਼ਾਇਦ ਕੁਦਰਤ ਨੇ ਹੀ ਸਾਡਾ ਮਿਲਾਪ ਲਿਖਿਆ ਸੀ, ਇਸ ਲਈ ਸਾਡੀ ਕਿਸਮਤ ਜੁੜ ਗਈ ਅਤੇ ਅਸੀਂ ਇੱਕ ਦੂਜੇ ਨੂੰ ਮਿਲ ਗਏ ਤੇ ਦੇਖੋ ਅੱਜ ਅਸੀਂ ਇੱਕ ਹਾਂ। ਇਹ ਕਹਿ ਕੇ ਦੀਪ ਨੇ ਆਪਣਾ ਹੱਥ ਮੇਰੇ ਵੱਲ ਵਧਾ ਦਿੱਤਾ ਤੇ ਮੈਂ ਵੀ ਉਸਦੇ ਹੱਥ 'ਤੇ ਹੱਥ ਰੱਖ ਦਿੱਤਾ। ਦੀਪ ਨੇ ਮੇਰਾ ਹੱਥ ਚੁੰਮਿਆ ਤੇ ਮੇਰੇ ਹੱਥ ਵਿੱਚ ਹੀਰੇ ਦੀ ਮੁੰਦਰੀ ਪਾ ਦਿੱਤੀ। ਮੈਂ ਬਹੁਤ ਖੁਸ਼ ਸੀ ਕਿ ਅੱਜ ਮੈਨੂੰ ਉਹ ਮਿਲਿਆ ਜਿਸ ਨੂੰ ਮੈਂ ਚਾਹੁੰਦੀ ਸੀ। ਦੀਪ ਨੇ ਅੱਖਾਂ ਵਿੱਚ ਸ਼ਰਾਰਤ ਲਾਉਂਦਿਆਂ ਕਿਹਾ, ਅਮਨ ਮੇਰੇ ਤੋਂ ਦੂਰ ਨਾ ਰਹਿ, ਮੈਂ ਤੈਨੂੰ ਤਰਸ ਰਿਹਾ, ਮੇਰੀਆਂ ਬਾਹਾਂ ਵਿੱਚ ਆ। ਮੈਂ ਵੀ ਬਿਨਾਂ ਕਿਸੇ ਦੇਰੀ ਦੇ ਦੀਪ ਦੀਆਂ ਬਾਹਾਂ ਵਿੱਚ ਆ ਗਈ। ਮੈਂ ਸਾਰੀ ਰਾਤ ਦੀਪ ਦੇ ਪਿਆਰ ਵਿੱਚ ਡੁੱਬੀ ਰਹੀ। ਅੱਜ ਮੈਂ ਬਹੁਤ ਖੁਸ਼ ਸੀ। ਪ੍ਰਮਾਤਮਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਸੀ। ਅਗਲੀ ਸਵੇਰ ਦੀਪ ਅਤੇ ਮੈਂ ਬਹੁਤ ਖੁਸ਼ ਹੋ ਕੇ ਕਮਰੇ ਤੋਂ ਬਾਹਰ ਆਏ ਅਤੇ ਜਾ ਕੇ ਪਾਪਾ ਨੂੰ ਮਿਲੇ।
ਪਾਪਾ ਸਾਨੂੰ ਦੋਹਾਂ ਨੂੰ ਇਕੱਠੇ ਦੇਖ ਕੇ ਖੁਸ਼ ਅਤੇ ਹੈਰਾਨ ਹੋਏ। ਫਿਰ ਅਸੀਂ ਦੋਹਾਂ ਨੇ ਇੱਕ ਦੂਜੇ ਨੂੰ ਜੱਫੀ ਪਾ ਲਈ। ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ। ਸ਼ਾਇਦ ਉਹ ਵੀ ਦੀਪ ਦੀ ਹਾਲਤ ਦੇਖ ਕੇ ਬਹੁਤ ਚਿੰਤਤ ਸਨ। ਦੀਪ ਨੂੰ ਖੁਸ਼ ਦੇਖ ਕੇ ਉਹਨਾਂ ਨੂੰ ਚੰਗਾ ਲੱਗਾ। ਅਸੀਂ ਇਕੱਠੇ ਨਾਸ਼ਤਾ ਕੀਤਾ। ਮੈਂ ਚੰਗਾ ਮਹਿਸੂਸ ਕਰ ਰਹੀ ਸੀ। ਮੇਰਾ ਸਹੁਰਾ ਹੈਰਾਨੀ ਨਾਲ ਦੀਪ ਨੂੰ ਦੇਖ ਰਿਹਾ ਸੀ, ਪਰ ਉਹ ਸਮਝ ਨਹੀਂ ਪਾ ਰਿਹਾ ਸੀ ਕਿ ਦੀਪ ਨੂੰ ਕਿਸੇ ਹੋਰ ਕੁੜੀ ਨਾਲ ਪਿਆਰ ਹੋ ਗਿਆ ਸੀ, ਅਤੇ ਉਹ ਵੀ ਇੱਕ ਰਾਤ ਵਿੱਚ। ਉਸ ਨੂੰ ਆਪਣੀ ਪਤਨੀ ਨਾਲ ਪਿਆਰ ਕਿਵੇਂ ਹੋ ਗਿਆ, ਉਹ ਸੱਚ ਨਹੀਂ ਜਾਣਦੇ ਸੀ। ਸੱਚਾਈ ਸਿਰਫ ਮੈਨੂੰ ਅਤੇ ਦੀਪ ਨੂੰ ਹੀ ਪਤਾ ਸੀ। ਪਾਪਾ ਨੇ ਦੀਪ ਨੂੰ ਪੁੱਛਿਆ, ਕੀ ਗੱਲ ਆ, ਤੈਨੂੰ ਆਪਣੀ ਪਤਨੀ ਨਾਲ ਪਿਆਰ ਕਿਵੇਂ ਹੋ ਗਿਆ? ਦੀਪ ਨੇ ਆਪਣੇ ਪਿਤਾ ਵੱਲ ਦੇਖਿਆ ਤੇ ਕਿਹਾ, ਪਿਤਾ ਜੀ, ਮੈਨੂੰ ਇੰਨੀ ਵੱਡੀ ਖੁਸ਼ੀ ਦੇਣ ਲਈ ਧੰਨਵਾਦ। ਇਹ ਕਹਿ ਕੇ ਦੀਪ ਨੇ ਆਪਣੇ ਪਿਤਾ ਨੂੰ ਜੱਫੀ ਪਾ ਲਈ। ਮੇਰੇ ਸਹੁਰੇ ਦੀਆਂ ਅੱਖਾਂ ਨਮ ਹੋ ਗਈਆਂ। ਕਿੰਨੀ ਦੇਰ ਉਹ ਦੀਪ ਨੂੰ ਛਾਤੀ ਨਾਲ ਲਾ ਕੇ ਖੜਾ ਰਿਹਾ। ਸਾਡੇ ਵਿਆਹ ਨੂੰ ਤਕਰੀਬਨ 1 ਮਹੀਨਾ ਹੋ ਗਿਆ ਸੀ। ਇਸ ਤਰ੍ਹਾਂ ਬੈਠਿਆਂ ਮੈਨੂੰ ਦੀਪ ਦੀ ਮਾਂ ਦਾ ਖਿਆਲ ਆਇਆ ਤਾਂ ਮੈਂ ਉਸ ਨੂੰ ਪੁੱਛਿਆ, ਦੀਪ, ਤੇਰੀ ਮਾਂ ਕਿੱਥੇ ਆ? ਮੈਂ ਉਸ ਬਾਰੇ ਕਦੇ ਨਹੀਂ ਸੁਣਿਆ ਤੇ ਨਾ ਹੀ ਮੈਂ ਕਦੇ ਉਸ ਦੀ ਕੋਈ ਤਸਵੀਰ ਦੇਖੀ ਆ। ਇੱਥੋਂ ਤੱਕ ਕਿ ਮੈਂ ਪੂਰੇ ਘਰ ਵਿੱਚ ਉਸ ਦੀ ਇੱਕ ਵੀ ਫੋਟੋ ਨਹੀਂ ਦੇਖੀ, ਜਦਕਿ ਤੁਹਾਡੇ ਬਚਪਨ ਦੀਆਂ ਤੇ ਤੁਹਾਡੇ ਪਿਤਾ ਜੀ ਦੀਆਂ ਬਹੁਤ ਸਾਰੀਆਂ ਤਸਵੀਰਾਂ ਹਨ। ਹਰ ਤਸਵੀਰ ਵਿੱਚ ਸਿਰਫ ਤੁਸੀਂ ਅਤੇ ਤੁਹਾਡੇ ਪਿਤਾ ਜੀ ਹੋ। ਮੇਰੀਆਂ ਗੱਲਾਂ ਸੁਣ ਕੇ ਦੀਪ ਹੱਸਣ ਲੱਗਾ ਤੇ ਬੋਲਿਆ, ਅੱਜ ਮੈਂ ਤੈਨੂੰ ਇਹ ਸੱਚ ਵੀ ਦੱਸਦਾ। ਦਰਅਸਲ ਮੇਰੇ ਮਾਤਾ ਪਿਤਾ ਦਾ ਵਿਆਹ ਕੋਈ ਵਿਆਹ ਨਹੀਂ ਸੀ। ਉਹ ਇੱਕ ਵਪਾਰਕ ਸੌਦਾ ਸੀ। ਵਿਆਹ ਸਿਰਫ ਕਾਰੋਬਾਰ ਨੂੰ ਵਧਾਉਣ ਲਈ ਕੀਤਾ ਗਿਆ ਸੀ। ਮੇਰੀ ਮਾਂ ਦਾ ਆਪਣਾ ਸਮਾਜਿਕ ਜੀਵਨ ਸੀ। ਉਹ ਬਾਹਰ ਹੀ ਬਿਜ਼ੀ ਰਹਿੰਦੀ ਸੀ, ਕਦੇ ਪਾਰਟੀ ਤੇ ਕਦੇ ਕਲੱਬ। ਪਾਪਾ ਹਮੇਸ਼ਾ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਰੁੱਝੇ ਰਹਿੰਦੇ ਸੀ। ਦੋਵਾਂ ਦਾ ਰਿਸ਼ਤਾ ਤਾਂ ਸੀ, ਪਰ ਉਹ ਇੱਕ ਦੂਜੇ ਦੇ ਨਾਲ ਨਹੀਂ ਸੀ। ਉਹਨਾਂ ਦੇ ਰਿਸ਼ਤੇ ਵਿੱਚ ਪਿਆਰ ਨਹੀਂ ਸੀ। ਇਸ ਸਮੇਂ ਦੌਰਾਨ ਮੈਂ ਵੀ ਨਾ ਚਾਹੁੰਦੇ ਹੋਏ ਪੈਦਾ ਹੋ ਗਿਆ ਸੀ। ਹਾਲਾਂਕਿ ਮਾਂ ਬੱਚਾ ਨਹੀਂ ਚਾਹੁੰਦੀ ਸੀ। ਉਹ ਇਸ ਵੇਲੇ ਆਪਣੇ ਪੈਰਾਂ ਵਿੱਚ ਕਿਸੇ ਤਰ੍ਹਾਂ ਦੀ ਜੰਜੀਰ ਨਹੀਂ ਪਾਉਣਾ ਚਾਹੁੰਦੀ ਸੀ, ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਮੈਂ ਇਸ ਦੁਨੀਆ ਵਿੱਚ ਆ ਗਿਆ। ਮੇਰੇ ਜਨਮ ਤੋਂ ਬਾਅਦ ਕੁਝ ਦਿਨ ਤਾਂ ਮੰਮੀ ਡੈਡੀ ਇੱਕ ਦੂਜੇ ਨਾਲ ਵਧੀਆ ਰਹੇ, ਪਰ ਫਿਰ ਉਹਨਾਂ ਵਿਚਕਾਰ ਉਹੀ ਝਗੜਾ ਸ਼ੁਰੂ ਹੋ ਗਿਆ। ਮੇਰੀ ਮੰਮੀ ਇਤਰਾਜ਼ ਕਰਦੀ ਸੀ ਕਿ ਪਾਪਾ ਉਸ ਨੂੰ ਸਮਾਂ ਨਹੀਂ ਦਿੰਦੇ ਤੇ ਪਾਪਾ ਇਤਰਾਜ਼ ਕਰਦੇ ਸਨ ਕਿ ਜਦੋਂ ਮੈਂ ਘਰ ਆਉਂਦਾ ਤਾਂ ਉਹ ਘਰ ਵਿੱਚ ਮੌਜੂਦ ਨਹੀਂ ਹੁੰਦੀ। ਹੌਲੀ ਹੌਲੀ ਉਹਨਾਂ ਦੀ ਲੜਾਈ ਵਧਣ ਲੱਗੀ। ਮੈਂ ਉਸ ਸਮੇਂ 5 ਸਾਲ ਦਾ ਸੀ ਤੇ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੰਮੀ ਦਾ ਬਾਹਰ ਅਫੇਅਰ ਚੱਲ ਰਿਹਾ ਸੀ। ਮੰਮੀ ਨੂੰ ਘਰੇਲੂ ਔਰਤ ਬਣਨਾ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਇੱਕ ਥਾਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ ਸੀ। ਪਾਪਾ ਨੇ ਮੰਮੀ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਆਪਣਾ ਬੱਚਾ, ਉਸ ਵੱਲ ਧਿਆਨ ਦਿਓ। ਇਸ ਤਰ੍ਹਾਂ ਦੀਆਂ ਹਰਕਤਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਪਰ ਮਾਂ ਨਹੀਂ ਮੰਨੀ। ਉਸਨੇ ਕਿਹਾ, ਮੈਂ ਤੁਹਾਡੇ ਤੋਂ ਤਲਾਕ ਲੈਣਾ ਚਾਹੁੰਦੀ ਹਾਂ। ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ। ਪਾਪਾ ਮਾਂ ਨੂੰ ਤਲਾਕ ਨਹੀਂ ਦੇਣਾ ਚਾਹੁੰਦੇ ਸੀ, ਕਿਉਂਕਿ ਪਹਿਲੀ ਗੱਲ, ਬੱਚਿਆਂ ਦੀ ਜ਼ਿੰਦਗੀ ਮਾਪਿਆਂ ਤੋਂ ਬਿਨਾਂ ਅਧੂਰੀ ਹੁੰਦੀ ਆ, ਤੇ ਦੂਜਾ, ਪਿਤਾ ਦੇ ਕਾਰੋਬਾਰ ਵਿੱਚ 50% ਹਿੱਸਾ ਮੰਮੀ ਦਾ ਸੀ। ਤਲਾਕ ਤੋਂ ਬਾਅਦ ਕਾਰੋਬਾਰ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਤੇ ਪਾਪਾ ਨੂੰ ਭਾਰੀ ਨੁਕਸਾਨ ਹੁੰਦਾ। ਪਾਪਾ ਤਲਾਕ ਨਹੀਂ ਦੇ ਰਹੇ ਸਨ, ਪਰ ਮਾਂ ਨੇ ਕੋਰਟ ਰਾਹੀਂ ਪਾਪਾ ਤੋਂ ਤਲਾਕ ਲੈ ਲਿਆ ਤੇ 50% ਸ਼ੇਅਰ ਲੈ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ। ਮੇਰੀ ਮਾਂ ਖੁੱਲ੍ਹੇ ਸੁਭਾਅ ਵਾਲੀ ਔਰਤ ਸੀ। ਪਤੀ ਹੋਣ ਦੇ ਬਾਵਜੂਦ ਉਸ ਨੂੰ ਕਿਸੇ ਹੋਰ ਆਦਮੀ ਨਾਲ ਪਿਆਰ ਹੋ ਗਿਆ ਸੀ। ਇਸੇ ਕਰਕੇ ਮੈਂ ਆਪਣੇ ਸਮਾਜ ਦੀਆਂ ਕੁੜੀਆਂ ਨਾਲ ਹਮੇਸ਼ਾ ਨਫ਼ਰਤ ਕਰਦਾ ਸੀ। ਮੈਨੂੰ ਮਾਡਰਨ ਕੁੜੀਆਂ ਬਿਲਕੁਲ ਪਸੰਦ ਨਹੀਂ ਸਨ। ਇਸ ਲਈ ਜਦੋਂ ਮੈਂ ਤੁਹਾਨੂੰ ਦੇਖਿਆ ਤਾਂ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ। ਦੀਪ ਨੇ ਇਹ ਕਹਿੰਦੇ ਹੋਏ ਮੇਰੇ ਵੱਲ ਪਿਆਰ ਨਾਲ ਵੇਖਿਆ ਤੇ ਮੇਰਾ ਹੱਥ ਫੜ ਲਿਆ। ਮੈਂ ਵੀ ਦੀਪ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਉਸ ਦੀ ਛਾਤੀ ਤੇ ਸਿਰ ਰੱਖ ਲਿਆ। ਜ਼ਿੰਦਗੀ ਵਿੱਚ ਮੈਨੂੰ ਸਭ ਕੁਝ ਮਿਲ ਗਿਆ ਸੀ ਤੇ ਹੋਰ ਮੈਨੂੰ ਕੀ ਚਾਹੀਦਾ ਸੀ। ਦੀਪ ਨੇ ਮੇਰਾ ਬਹੁਤ ਖਿਆਲ ਰੱਖਿਆ, ਮੇਰੇ ਪਿਤਾ ਦਾ ਇਲਾਜ ਕਰਵਾਇਆ, ਘਰ ਲੈ ਕੇ ਦਿੱਤਾ, ਮੇਰੇ ਭਰਾ ਨੂੰ ਚੰਗੇ ਸਕੂਲ ਵਿੱਚ ਦਾਖਲ ਕਰਵਾਇਆ। ਮੇਰੇ ਮੰਮੀ ਡੈਡੀ ਤੇ ਮੇਰਾ ਭਰਾ ਹੁਣ ਚੰਗੀ ਜ਼ਿੰਦਗੀ ਜੀ ਰਹੇ ਹਨ। ਮੈਨੂੰ ਦੀਪ ਤੋਂ ਕੋਈ ਸ਼ਿਕਾਇਤ ਨਹੀਂ, ਸਗੋਂ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ ਕਿ ਮੈਨੂੰ ਦੀਪ ਵਰਗਾ ਪਤੀ ਮਿਲਿਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਹਰ ਕੁੜੀ ਨੂੰ ਪਿਆਰ ਕਰਨ ਵਾਲਾ ਜੀਵਨ ਸਾਥੀ ਮਿਲੇ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।